ਜਿਹੜੀ ਚਾਹ ਹੈ, ਜੇਕਰ ਅਸੀਂ ਇਹ ਚੇਂਜ ਕਰ ਲਈਏ ਜਾਂ ਚਾਹ ਪੀਣ ਦਾ ਤਰੀਕਾ ਠੀਕ ਕਰ ਲਈਏ ਜਾਂ ਚਾਹ ਚੇਂਜ ਕਰ ਲਈਏ ਤਾਂ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਬਦਲ ਸਕਦੀ ਹੈ, ਸਾਡੀ ਉਮਰ ਹੈ ਜਿਹੜੀ ਉਹ ਵੱਧ ਸਕਦੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਨੇਵਲ ਅੰਮ੍ਰਿਤ ਵਾਲੇ ਹਰਦੀਪ ਜੀ ਔਰ ਵੈਦ ਸੰਜੀਵ ਕੁਮਾਰ। ਆਪਾਂ ਸੇਬ ਆ ਜਾਂ ਕੋਈ ਹੋਰ ਫਰੂਟ ਦਾ ਨਾਂ ਲੈ ਲਓ ਜਾਂ ਜਿਹੜੀ ਵੀ ਕੋਈ ਚੀਜ਼ ਸਾਨੂੰ ਕੁਦਰਤ ਨੇ ਦਿੱਤੀ ਹੈ ਸਰ, ਜਿੰਨਾ ਚਿਰ ਮਰਜ਼ੀ ਲਗਾਤਾਰ ਖਾਈ ਜਾਓ। ਜਿੱਦਾਂ ਤੁਹਾਡਾ ਮਨ ਕਰਦਾ ਵੀ ਮੈਂ ਅੱਜ ਤੋਂ ਬਾਅਦ ਇਹ ਖਾਣੀ ਨਹੀਂ ਹੈ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ ਛੱਡ ਸਕਦੇ ਹੋ। ਚਾਹ ਛੱਡਣੀ ਕਿਉਂ ਮੁਸ਼ਕਲ ਹੈ? ਇਹੀ ਇੱਥੋਂ ਦਾ ਇੱਕ ਸਵਾਲ ਪੈਦਾ ਹੁੰਦਾ ਵੀ ਇਹ ਕੈਮੀਕਲ ਬੇਸ ਆ, ਇਹਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਚੀਜ਼ ਪਾਈ ਜਾਂਦੀ ਆ ਜਿਹੜੀ ਸਾਨੂੰ ਨਸ਼ੇ ਵਾਂਗ ਸਾਡੇ ਸਰੀਰ 'ਚ ਰਚਦੀ ਹੈ। ਆਮ ਤੌਰ ਤੇ ਜਿਹੜੀ ਬਿਸਮਾਰਕ ਬਰਾਊਨ ਡਾਈ ਹੈਗੀ, ਜਿਹੜੀ ਆਪਾਂ ਵਾਲਾਂ ਨੂੰ ਲਾਉਂਦੇ ਆ ਵਾਲ ਕਲਰਫੁਲ ਕਰਨੇ ਦੇ ਲਈ, ਧੌਲੇ ਲੁਕਾਉਣ ਦੇ ਲਈ, ਉਹ ਸਿਰ ਨੂੰ ਲਾਉਂਦੇ ਆ, ਉਹਦੇ ਨਾਲ ਉਹ ਕਲਰ ਚਾੜਿਆ ਹੁੰਦਾ, ਉਹ ਪੱਤੀ ਰਹਿੰਦ ਖੂੰਹਦ ਜਿਹੜੀ, ਕਿਉਂਕਿ ਅਸਲੀ ਤਾਂ ਚਾਹ ਪੱਤੀ ਸਾਡੇ ਕੋਲ ਆਉਂਦੀ ਹੀ ਨਹੀਂ ਹੈਗੀ, ਹੈ ਨਾ। ਜਿਹੜੀ ਅਸਲੀ ਚਾਹ ਪੱਤੀ ਤਾਂ ਉਹ ਹਜ਼ਾਰਾਂ ਰੁਪਏ ਆ, ਉਹ ਤਾਂ ਅਸੀਂ ਕਿਸੇ ਨੂੰ ਇੱਕ ਕੱਪ ਚਾਹ ਦਾ ਪਿਲਾਉਣ ਲੱਗੇ ਵੀ ਡਰਾਂਗੇ ਵੀ ਇੰਨੀ ਮਹਿੰਗੀ ਹੋਏਗੀ ਚਾਹ ਪੱਤੀ, ਸਾਡੇ ਬਜਟ ਤੋਂ ਬਾਹਰ ਹੋ ਜਾਣੀ ਹੈ ਗੱਲ। ਸਾਡੇ ਕੋਲ ਆਉਂਦੀ ਰਹਿੰਦ ਖੂੰਹਦ। ਸਰ, ਜੇ ਆਪਾਂ ਚਾਹ ਦੇ ਨੁਕਸਾਨ ਦੱਸ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਚਾਹ ਨਹੀਂ ਪੀਣੀ ਤਾਂ ਸਵਾਲ ਆਉਂਦਾ ਸੀ ਫਿਰ ਪੀਏ ਕੀ? ਸਰ, ਉਹਦੀ ਉਸ ਸਵਾਲ ਦਾ ਜਵਾਬ ਆ ਤ੍ਰਿਰਸ ਅੰਮ੍ਰਿਤ, ਜਿਹੜਾ ਤੁਸੀਂ ਵੀ ਚੱਖ ਕੇ ਹਟੇ ਹੋ, ਜਿਹੜਾ ਮੇਰੇ ਵੀ ਹੱਥ ਦੇ ਵਿੱਚ ਕੱਪ ਹੈਗਾ। ਚਾਹ ਪੀਣ ਤੋਂ ਬਾਅਦ ਜ਼ਿਆਦਾਤਰ ਹੁੰਦਾ ਹੈ ਕਿ ਭੁੱਖ ਮਰ ਜਾਂਦੀ ਹੈ। ਚਾਹ ਪੀਣ ਤੋਂ ਬਾਅਦ ਤੁਸੀਂ ਤੁਹਾਡੀ ਨੀਂਦ ਉੱਡ ਜਾਂਦੀ ਹੈ। ਚਾਹ ਪੀਣ ਤੋਂ ਬਾਅਦ ਤੁਹਾਨੂੰ ਤੇਜ਼ਾਬ ਬਣ ਜਾਂਦਾ ਹੈ। ਪਰ ਇੱਥੇ ਮੈਂ ਇਹ ਚਾਹ ਜਦੋਂ ਪੀਤੀ ਤੇ ਮੈਨੂੰ ਗਰਮੀ ਹਟ ਗਈ ਔਰ ਮੈਨੂੰ ਲੱਗ ਰਿਹਾ ਸੀ ਮੈਨੂੰ ਭੁੱਖ ਜ਼ਿਆਦਾ ਵੱਧ ਗਈ ਔਰ ਇੰਨੀ ਟੇਸਟੀ ਕਿ ਇੱਕ ਕੱਪ ਮੈਨੂੰ ਹੋਰ ਲੈਣਾ ਪਿਆ। ਕੀ ਚਾਹ ਹੈਗੀ ਹੈ? ਤੁਸੀਂ ਹਰੇਕ ਤਰ੍ਹਾਂ ਹਮੇਸ਼ਾ ਇੱਕ ਯੂਨੀਕ ਜਿਹੀ ਚੀਜ਼ ਲੈ ਕੇ ਆਉਣਾ ਹੈ। ਇਹਦੇ ਵਿੱਚ ਜੜੀ ਬੂਟੀਆਂ ਹੈ ਸਰ। ਜੜੀ ਬੂਟੀਆਂ ਇੱਦਾਂ ਦੀਆਂ ਜੜੀ ਬੂਟੀਆਂ ਜਿਹੜੀ ਇਹ ਚਾਹ ਪੀਣ ਦੇ ਨਾਲ ਸਾਡੀ ਸ਼ੂਗਰ ਦਾ ਲੈਵਲ ਆ ਉਹ ਮੇਨਟੇਨ ਹੋਏਗਾ। ਜੇ ਵੱਧਦੀ ਆ ਤਾਂ ਘਟੇਗੀ, ਜੇ ਘਟਦੀ ਆ ਵਧੇਗੀ। ਇਹਦੇ ਜੜੀ ਬੂਟੀਆਂ ਇੱਦਾਂ ਦੀਆਂ ਪਈਆਂ। ਸਰ, ਇਹਨੇ ਕੋਲੈਸਟਰੋਲ ਲੈਵਲ ਜਿਹੜਾ ਹੈਗਾ ਉਹਨੂੰ ਲੋ ਕਰਨਾ ਹੈਗਾ। ਜਿਹਨਾਂ ਦੇ ਕੋਲੈਸਟਰੋਲ ਵੱਧਦੇ ਆ, ਇਹ ਚਾਹ ਪੀਣ ਦੇ ਨਾਲ ਹੀ ਉਹ ਕੋਲੈਸਟਰੋਲ ਦਾ ਲੈਵਲ ਜਿਹੜਾ ਹੈਗਾ ਉਹ ਮੇਨਟੇਨ ਹੋ ਜਾਏਗਾ। ਡਿਪ ਵਾਲੀ ਕਿਉਂ ਬਣਾਈ ਹੈ? ਇਹਦਾ ਬਣਾਉਣ ਦਾ ਕੀ ਕਾਰਨ ਹੈ ਕਿ ਡਿਪ ਵਾਲੀ ਕਿਉਂ ਹੈ? ਔਰ ਦੂਸਰੀ ਗੱਲ, ਇਹਨੂੰ ਯੂਜ਼ ਕਿਵੇਂ ਕਰਨਾ ਹੈ? ਬਿਲਕੁਲ, ਇਹ ਤੁਹਾਡਾ ਸਵਾਲ ਬਹੁਤ ਵਧੀਆ ਆ ਕਿ ਡਿਪ ਵਾਲੀ ਕਿਉਂ ਮੈਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕੀ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਜਿਹੜੀ ਚਾਹ ਹੈ, ਜੇਕਰ ਅਸੀਂ ਇਹ ਚੇਂਜ ਕਰ ਲਈਏ ਜਾਂ ਚਾਹ ਪੀਣ ਦਾ ਤਰੀਕਾ ਠੀਕ ਕਰ ਲਈਏ ਜਾਂ ਚਾਹ ਚੇਂਜ ਕਰ ਲਈਏ ਤਾਂ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਬਦਲ ਸਕਦੀ ਹੈ, ਸਾਡੀ ਉਮਰ ਹੈ ਜਿਹੜੀ ਉਹ ਵੱਧ ਸਕਦੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਨੇਵਲ ਅੰਮ੍ਰਿਤ ਵਾਲੇ ਹਰਦੀਪ ਜੀ ਔਰ ਵੈਦ ਸੰਜੀਵ ਕੁਮਾਰ। ਉਹਨਾਂ ਕੋਲੋਂ ਅਸੀਂ ਸਮਝਾਂਗੇ ਕਿਸ ਤਰੀਕੇ ਨਾਲ ਜਿਹੜੀ ਸਹੀ ਚਾਹ ਹੈ ਜਿਹੜੀ ਉਹ ਤੁਹਾਡੀ ਉਮਰ ਵਧਾ ਸਕਦੀ ਹੈ, ਤੁਹਾਡੀਆਂ ਬਿਮਾਰੀਆਂ ਘਰੋਂ ਭਜਾ ਸਕਦੀ ਹੈ। ਇਹਦੇ ਪਿੱਛੇ ਕੀ ਲੌਜਿਕ ਹੈ, ਕਿਸ ਤਰੀਕੇ ਨਾਲ। ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇਵਲ ਅੰਮ੍ਰਿਤ ਦੇ ਜਿਹੜੇ MD ਨੇ ਮਿਸਟਰ ਹਰਦੀਪ, ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ। ਹਮੇਸ਼ਾ ਹਸੂ ਚਿਹਰਾ ਕਰਦਾ ਉਹਨਾਂ ਦਾ। ਇਸ ਵਾਰ ਉਹਨਾਂ ਨੇ ਬੜੀ ਜ਼ਬਰਦਸਤ ਮੈਨੂੰ ਜਿਹੜੀ ਚਾਹ ਪਿਆਈ ਹੈ, ਚਾਹ ਪਿਆਉਣ ਤੋਂ ਬਾਅਦ ਮੈਨੂੰ ਭੁੱਖ ਵੀ ਲੱਗੀ ਹੈ ਔਰ ਨਾਲੋਂ ਨਾਲ ਮੈਨੂੰ ਗਰਮੀ ਜ਼ਿਆਦਾ ਫੀਲ ਹੋ ਰਹੀ ਸੀ। ਬਾਹਰ ਤੋਂ ਆਇਆ ਤਾਂ ਮੈਨੂੰ ਠੰਡਕ ਵੀ ਮਹਿਸੂਸ ਹੋਈ ਹੈ। ਇਸ ਤਰ੍ਹਾਂ ਦਾ ਚਾਹ ਦੇ ਵਿੱਚ ਕੀ ਹੈ ਕਿ ਔਰ ਮੇਰਾ ਦਿਲ ਕਰ ਰਿਹਾ ਕਿ ਮੈਂ ਹੁਣੇ ਇੱਕ ਕੱਪ ਹੈ ਜਿਹੜਾ ਚਾਹ ਦਾ ਉਹ ਹੋਰ ਮੰਗਾਇਆ ਕਿ ਇੱਕ ਜਿਹੜਾ ਚਾਹ ਦਾ ਕੱਪ ਮੈਨੂੰ ਹੋਰ ਪਾਓ। ਬੜੀ ਟੇਸਟੀ ਹੈ, ਬਹੁਤ ਟੇਸਟੀ ਚਾਹ ਹੈਗੀ, ਬੜੀ ਯੂਨੀਕ ਚਾਹ ਹੈਗੀ ਹੈ। ਕੀ ਦੀ ਖਾਸੀਅਤ ਹੈ, ਅਸੀਂ ਗੱਲਬਾਤ ਕਰਦੇ ਹਾਂ। ਹਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ? ਕਿਰਪਾ ਵਾਹਿਗੁਰੂ ਦੀ। ਜਦੋਂ ਵੀ ਮੈਂ ਇੱਥੇ ਆਉਣਾ ਤੁਸੀਂ ਮੈਨੂੰ ਮਜਬੂਰ ਕਰ ਦਿੰਦੇ ਹੋ ਕਿ ਤੁਹਾਡੀ ਵੀਡੀਓ ਬਣਾਈ ਜਾਵੇ। ਹੁਣ ਕੀ ਇਹਦਾ ਜਿਹੜਾ ਤੁਸੀਂ ਨਵੀਂ ਚੀਜ਼ ਕੱਢੀ ਹੈ, ਚਾਹ ਬੜੀ ਟੇਸਟੀ ਚਾਹ ਹੈ ਔਰ ਚਾਹ ਪੀਣ ਤੋਂ ਬਾਅਦ ਜ਼ਿਆਦਾਤਰ ਹੁੰਦਾ ਹੈ ਕਿ ਭੁੱਖ ਮਰ ਜਾਂਦੀ ਹੈ। ਚਾਹ ਪੀਣ ਤੋਂ ਬਾਅਦ ਤੁਸੀਂ ਤੁਹਾਡੀ ਨੀਂਦ ਉੱਡ ਜਾਂਦੀ ਹੈ। ਚਾਹ ਪੀਣ ਤੋਂ ਬਾਅਦ ਤੁਹਾਨੂੰ ਤੇਜ਼ਾਬ ਬਣ ਜਾਂਦਾ ਹੈ। ਪਰ ਇੱਥੇ ਮੈਂ ਇਹ ਚਾਹ ਜਦੋਂ ਪੀਤੀ ਤੇ ਮੈਨੂੰ ਗਰਮੀ ਹਟ ਗਈ ਔਰ ਮੈਨੂੰ ਲੱਗ ਰਿਹਾ ਸੀ ਮੈਨੂੰ ਭੁੱਖ ਜ਼ਿਆਦਾ ਵੱਧ ਗਈ ਔਰ ਇੰਨੀ ਟੇਸਟੀ ਕਿ ਇੱਕ ਕੱਪ ਮੈਨੂੰ ਹੋਰ ਲੈਣਾ ਪਿਆ। ਕੀ ਚਾਹ ਹੈਗੀ ਹੈ? ਤੁਸੀਂ ਹਰੇਕ ਤਰ੍ਹਾਂ ਹਮੇਸ਼ਾ ਇੱਕ ਯੂਨੀਕ ਜਿਹੀ ਚੀਜ਼ ਲੈ ਕੇ ਆਉਣੇ ਹੋ। ਦੇਖੋ ਭਾਜੀ, ਮੈਂ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਕਹੂੰਗਾ ਕਿ ਇਹ ਚੀਜ਼ ਸਾਡੀ ਚੀਜ਼ ਨਹੀਂ ਹੈਗੀ, ਇਹ ਸਾਡੇ ਬਜ਼ੁਰਗਾਂ ਦੁਆਰਾ ਦਿੱਤੀ ਗਈ ਆ। ਮੇਰੀ ਇੱਕ ਆਦਤ ਆ ਭਾਜੀ, ਤੁਸੀਂ ਯਕੀਨ ਕਰਨਾ ਕਿ ਮੈਂ ਆਪ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਬੈਠਣਾ ਪਸੰਦ ਕਰਦਾ। ਉਹ ਕੀ ਕਾਰਨ ਆ? ਦੇਖੋ,
ਅੱਜ ਵੀ ਮੇਰੇ ਕੋਲ ਇੱਕ ਬਜ਼ੁਰਗ ਬੈਠੇ ਗਏ ਆ, ਉਹਨਾਂ ਨੇ ਇਹੋ ਜਿਹਾ ਆਈਡੀਆ ਦਿੱਤਾ, ਮੈਂ ਤੁਹਾਨੂੰ ਉਹਦੇ ਤੇ ਕੰਮ ਕਰਾਂਗਾ ਉੱਤੇ। ਮੇਰਾ ਆਈਡੀਆ ਨਾ ਉਹ ਚੀਜ਼ ਮੈਨੂੰ ਆਈਡੀਆ ਦਿੱਤਾ, ਸ਼ਾਇਦ ਉਹ ਆਈਡੀਆ ਭਾਰਤ ਲਈ ਨਹੀਂ ਪੂਰੇ ਵਰਲਡ ਲਈ ਬੈਸਟ ਹੋਏਗਾ ਉਹ, ਠੀਕ ਹੈ ਨਾ। ਇਸੇ ਤਰੀਕੇ ਨਾਲ ਜਦੋਂ ਅਸੀਂ ਬੈਠੇ ਚਾਹ ਦੀ ਗੱਲ ਕੀਤੀ ਤਾਂ ਬਜ਼ੁਰਗ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦਾ ਪੁੱਤ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਆ, ਸਾਡੇ ਸਮੇਂ ਇਹ ਚਾਹਾਂ ਹੁੰਦੀਆਂ ਹੀ ਨਹੀਂ ਸੀ। ਮੈਂ ਕਿਹਾ ਬਾਪੂ ਜੀ ਤੁਹਾਡੇ ਸਮੇਂ ਕਿਹੜੀ ਉਹ ਚਾਹ ਹੁੰਦੀ ਸੀ, ਕਿਉਂਕਿ ਨੈਚੁਰਲੀ ਆ ਉਹ, ਇੱਕ ਕਹਿੰਦੇ ਜਿੱਥੇ ਚਾਹ ਉੱਥੇ ਰਾਹ। ਮੇਰੀ ਇੱਛਾ ਸੀ ਸਿੱਖਣ ਦੀ ਉਸ ਚੀਜ਼ ਨੂੰ। ਮੈਂ ਕਿਹਾ ਤੁਹਾਡੇ ਹੁੰਦੇ ਕਿਹੜੀ ਉਹ ਚਾਹ ਸੀਗੀ। ਉਹਨਾਂ ਨੇ ਕਿਹਾ ਕਿ ਅਸੀਂ ਚਾਹ ਦਾ ਨਾਂ ਹੀ ਹੁਣ ਸੁਣਿਆ ਸੀ, ਮਤਲਬ ਚਾਹ ਦੀ ਗੱਲ ਆ, ਸਾਨੂੰ ਚਾਹ ਤਾਂ ਕਹਿੰਦੇ ਹੀ ਨਹੀਂ ਹੁੰਦੇ ਸੀ, ਸਾਡੇ ਕਾਹਵਾ ਚੱਲਦਾ ਸੀ, ਠੀਕ ਹੈ ਨਾ। ਅਸੀਂ ਮਤਲਬ ਬਾਟੇ 'ਚ ਪਾ ਲੈਂਦੇ ਹੁੰਦੇ ਸੀਗੇ, ਆ ਕੱਪਾਂ ਵਾਲੀਆਂ ਤੁਹਾਡੀਆਂ ਹੁਣ ਕਹਾਣੀਆਂ ਆਈਆਂ। ਉੱਥੋਂ ਇੱਕ ਆਈਡੀਆ ਸੀਗਾ ਦਿਮਾਗ 'ਚ ਕਿ ਉਹ ਜਿਹੜੀ ਚਾਹ ਆ ਉਹ ਹੈ ਕਿਹੜੀ ਆ। ਫਿਰ ਸਾਡੀ ਟੀਮ ਉੱਤੇ ਲੱਗ ਗਈ। ਜਦੋਂ ਉਸ ਟੀਮ ਨੇ ਸਾਡੀ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਡੇ ਕੋਲ ਪੁਰਾਤਨ ਚਾਹ ਇਹੋ ਜਿਹੀ ਨਿਕਲੀ, ਇਹੋ ਜਿਹੇ ਜੜੀਆਂ ਬੂਟੀਆਂ ਸੀ ਜਿਹੜੀਆਂ ਨੂੰ ਅਸੀਂ ਛੱਡ ਚੁੱਕੇ ਹਾਂ। ਜਿਹੜੀ ਚਾਹ ਸਾਡੇ ਬਜ਼ੁਰਗ ਪੀਂਦੇ ਗਏ ਸੀ, ਉਹ ਇੱਕ ਇੱਕ ਗਲਾਸ ਚਾਹ ਦਾ ਪੀ ਕੇ ਵੀ ਉਹਨਾਂ ਨੂੰ ਕਦੇ ਆ ਗੈਸ ਗੂਸ ਵਾਲੀ ਦਾ ਪ੍ਰੋਬਲਮ ਦਾ ਪਤਾ ਹੀ ਨਹੀਂ ਸੀਗਾ, ਠੀਕ ਹੈ ਨਾ। ਖੋਇਆ ਕੀ ਆ, ਅਸੀਂ ਚਾਹ ਦਾ ਰੂਪ ਤਾਂ ਸਾਨੂੰ ਮਿਲ ਗਿਆ, ਪਰ ਮਿਲਿਆ ਕੀ? ਉਹ ਤਾਂ ਅੰਗਰੇਜ਼ਾਂ ਲਈ ਚਾਹ ਹੈ ਸਾਡੇ ਕੋਲ। ਬਿਲਕੁਲ ਬਿਲਕੁਲ, ਇਹੀ ਚੀਜ਼ ਸਮਝਣ ਦੀ ਲੋੜ ਹੈਗੀ ਹੈ। ਇਹੀ ਚੀਜ਼ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਚਾਹ ਜਿਹੜੀ ਅਸੀਂ ਪੀ ਰਹੇ ਕਦੋਂ ਪੈਦਾ ਹੋਈ ਸੀ, ਭਾਰਤ ਵਿੱਚ ਇਹ ਚਾਹ ਕਦੋਂ ਆਈ ਸੀ, ਇਸ ਤੋਂ ਪਹਿਲਾਂ ਉਹ ਕਿਹੜੀ ਚਾਹ ਸੀ ਜਿਹੜੇ ਸਾਡੇ ਬਜ਼ੁਰਗ ਪੀਂਦੇ ਰਹੇ। ਜਦੋਂ ਕਿ ਅੰਗਰੇਜ਼ ਨੇ ਜਿਹੜੇ ਹੁਣ ਤੱਕ ਚਾਹ ਦੇ ਵਿੱਚ ਦੁੱਧ ਨਹੀਂ ਐਡ ਕਰਦੇ। ਦੇਖੋ ਆਪਾਂ ਹਰ ਵਾਰੀ ਕਹਿੰਦੇ ਆ ਨਾ ਕਿ ਜੇਕਰ ਪੰਜਾਬ ਨੂੰ ਜਾਂ ਭਾਰਤ ਨੂੰ ਆਪਾਂ ਕਮਜ਼ੋਰ ਕਰਨਾ, ਉਹਨੂੰ ਅਸੀਂ ਫਿਜ਼ੀਕਲੀ ਕਦੇ ਕਮਜ਼ੋਰ ਨਹੀਂ ਕਰ ਸਕਦੇ, ਮੈਂਟਲੀ ਤੌਰ ਤੇ ਕਮਜ਼ੋਰ ਕਰ ਸਕਦੇ ਹਾਂ। ਕਿਉਂਕਿ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਸੂਰਮਿਆਂ ਦੀ, ਔਰ ਇੱਕ ਹੋਰ ਵੱਡੀ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਪੀਰ ਪੈਗੰਬਰ ਪੈਦਾ ਹੋਏ ਆ ਉਹ ਭਾਰਤ ਨੂੰ ਹੀ ਚੁਣਿਆ ਗਿਆ, ਔਰ ਆਯੁਰਵੈਦਾ ਭਾਰਤ ਵਿੱਚ ਹੀ ਨਿਕਲ ਕੇ ਆਇਆ ਸੀ। ਸੋ ਉਹ ਚੀਜ਼ਾਂ ਜਦੋਂ ਅਸੀਂ ਛੱਡ ਕੇ ਗਏ ਆ ਜ਼ਿੰਦਗੀ ਚੋਂ ਬਾਹਰ, ਤਾਂ ਨੈਚੁਰਲੀ ਉਹ ਪ੍ਰੋਬਲਮਾਂ ਦਾ ਆਪਾਂ ਸਾਹਮਣਾ ਕਰਨ ਲੱਗ ਪਏ। ਸੋ ਅੰਗਰੇਜ਼ਾਂ ਨੇ ਸਾਡੇ ਦਿਮਾਗ ਨਾਲ ਖੇਡਿਆ। ਅੱਜ ਵੀ ਅੰਗਰੇਜ਼ ਜਿਹੜੇ ਹੈਗੇ ਆ ਉਹ ਕੀ ਕਰਦੇ ਆ, ਗ੍ਰੀਨ ਟੀ ਪੀ ਰਹੇ ਆ। ਉਹਨਾਂ ਨੂੰ ਪਤਾ ਗ੍ਰੀਨ ਟੀ ਦਾ ਮਤਲਬ ਇਹ ਗ੍ਰੀਨ ਟੀ ਨਹੀਂ, ਇਹ ਗ੍ਰੀਨ ਟੀ ਨਹੀਂ ਹੈਗੀ, ਇਹ ਗ੍ਰੀਨ ਟੀ ਤੋਂ ਵੀ ਉੱਤੇ ਆ। ਗ੍ਰੀਨ ਟੀ ਤਾਂ ਇੱਕ ਮਤਲਬ ਆਪਾਂ ਕਹਿ ਸਕਦੇ ਕਿ ਅੰਗਰੇਜ਼ਾਂ ਦੁਆਰਾ ਦਿੱਤੀ ਗਈ ਇੱਕ ਚੀਜ਼ ਹੈਗੀ ਆ, ਪਰ ਹੈ ਸਾਡੀ ਸੀਗੀ ਉਹ ਵੀ। ਉਹਨਾਂ ਨੇ ਉਸ ਤੋਂ ਵੀ ਉੱਤੇ, ਜਿਵੇਂ ਕਲਪਾਸੀ ਦੀ ਗੱਲ ਕੀਤੀ ਜਾਂਦੀ ਹੈ ਸਾਡੇ ਉਹਦੇ ਵਿਚਕਾਰ, ਕਲਪਾਸੀ ਦੀ ਗੱਲ ਕੀਤੀ। ਸੋ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਕੰਮ ਕੀਤਾ। ਸੋ ਸਾਡੀ ਟੀਮ ਇਸ ਚੀਜ਼ ਨੂੰ ਹਰ ਵਕਤ ਲੱਗੀ ਰਹਿੰਦੀ। ਕੁਛ ਜੇ ਤੁਹਾਨੂੰ ਤੁਹਾਡੇ ਕੋਲੋਂ ਕੋਈ ਆਈਡੀਆ ਚੰਗਾ ਮਿਲਦਾ ਅਸੀਂ ਤੁਹਾਡੇ ਤੋਂ ਵੀ ਲਵਾਂਗੇ, ਔਰ ਦਰਸ਼ਕਾਂ ਨੂੰ ਵੀ ਇਹ ਗੱਲ ਕਹਾਂਗੇ, ਬਹੁਤ ਸਾਰੇ ਦਰਸ਼ਕ ਹੈਗੇ ਜਿਨ੍ਹਾਂ ਦੇ ਕੋਲ ਬਹੁਤ ਯੂਨੀਕ ਚੀਜ਼ਾਂ ਪਈਆਂ ਆ। ਹੋ ਸਕਦਾ ਉਹਨਾਂ ਦੇ ਦਾਦਾ ਜੀ ਨੇ, ਹੋ ਸਕਦਾ ਉਹਨਾਂ ਦੇ ਨਾਨਾ ਜੀ ਨੇ ਕੁਛ ਐਦਾਂ ਦੀ ਦੱਸੀ ਹੋਵੇ। ਪਲੀਜ਼ ਸਾਡੇ ਤੱਕ ਪਹੁੰਚਾਓ ਤਾਂ ਜੋ ਅਸੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਈਏ। ਜੀ ਜੀ ਜੀ। ਸਾਡੇ ਨਾਲ ਵੈਦ ਸੰਜੀਵ ਜੀ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਚਾਹ ਦੇ ਵਿੱਚ ਜਿਹੜੀ ਸਾਡੇ ਆਮ ਘਰਾਂ ਦੇ ਵਿੱਚ ਚਾਹ ਬਣਦੀ ਉਹਦੇ ਵਿੱਚ ਫਰਕ ਕੀ ਹੈ। ਸੰਜੀਵ ਜੀ, ਤੁਸੀਂ ਬਹੁਤ ਅੱਛੇ ਢੰਗ ਨਾਲ ਮੈਨੂੰ ਸਮਝਾਇਆ ਸੀ ਕਿ ਜਿਹੜੀ ਚਾਹ ਸਾਡੇ ਆਮ ਘਰਾਂ ਦੇ ਵਿੱਚ ਬਣਦੀ ਹੈ ਤੇ ਉਹ ਚਾਹ ਦੇ ਵਿੱਚ ਤੇ ਇਸ ਚਾਹ ਦੇ ਵਿੱਚ ਕੀ ਫਰਕ ਹੈ। ਸਰ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਇੱਕ ਤਾਂ ਜਦੋਂ ਆਪਾਂ ਜਿਹੜੀ ਚਾਹ ਪੀਂਦੇ ਹੈਗੇ ਆ, ਨੋਰਮਲ ਘਰਾਂ ਚਾਹ ਬਣਦੀ ਆ, ਪਾਣੀ ਅਸੀਂ ਪਾਉਂਦੇ ਹੈਗੇ ਆ ਪਤੀਲੀ ਦੇ ਵਿੱਚ, ਫਰਾਈ ਵੀਲ ਦੇ ਵਿੱਚ, ਉਹਨੂੰ ਉਬਾਲਣਾ ਸ਼ੁਰੂ ਕਰ ਦਿੰਦੇ ਆ। ਫਿਰ ਉਹਦੇ ਵਿੱਚ ਆਪਾਂ ਖੰਡ ਪਾਉਂਦੇ ਆ। ਖੰਡ ਜਿਹੜੀ ਹਮੇਸ਼ਾ ਪ੍ਰੋਸੈਸਡ ਫੂਡ ਵਿੱਚ ਆਉਂਦੀ ਆ, ਕੈਮੀਕਲ ਬੇਸ ਹੈਗੀ ਆ, ਬਹੁਤ ਤਰ੍ਹਾਂ ਦੇ ਕੈਮੀਕਲ ਪਾ ਕੇ ਉਹਦੇ ਵਿੱਚ ਉਹ ਚਾਹ ਜਿਹੜੀ ਹੈਗੀ ਆ, ਖੰਡ ਜਿਹੜੀ ਹੈਗੀ ਆ ਉਹ ਤਿਆਰ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਜੇ ਆਪਾਂ ਨੋਰਮਲ ਗੱਲ ਕਰੀਏ, ਜਦੋਂ ਉਹਨੂੰ ਉਬਲਦੇ ਪਾਣੀ ਵਿੱਚ ਪਾਵਾਂਗੇ ਤਾਂ ਉਹ ਕੈਮੀਕਲ ਜਿਹੜੇ ਹੈਗੇ ਆ ਉਹ ਹੋਰ ਵੀ ਜ਼ਿਆਦਾ ਰਿਐਕਟ ਕਰਦੇ ਆ ਖੰਡ ਨੂੰ, ਕਿਉਂਕਿ ਖੰਡ ਜਿਹੜੀ ਹੈਗੀ ਆ ਉਹ ਕੱਚਾ ਮਿੱਠਾ ਨਹੀਂ ਨਾ ਹੈ, ਉਹ ਤਾਂ ਪਹਿਲਾਂ ਹੀ ਪੱਕਿਆ ਹੋਇਆ ਮਿੱਠਾ ਹੈਗਾ ਆ। ਅਸੀਂ ਹੋਰ ਕਾੜਨਾ ਸ਼ੁਰੂ ਕਰ ਦਿੰਦੇ ਹਾਂ। ਜਿਹੜੀ ਆਮ ਤੌਰ 'ਤੇ ਲੋਕ ਕਹਿੰਦੇ ਨਾ ਵੀ ਚਾਹ ਪੀ ਕੇ ਗੈਸ ਬਣਦੀ ਆ ਜਾਂ ਉਹ ਜਲਣ ਲੱਗਣੀ ਸ਼ੁਰੂ ਹੋ ਗਈ, ਕਿਉਂਕਿ ਆਪਾਂ ਖੰਡ ਨੂੰ ਕਾੜਿਆ ਹੁੰਦਾ ਪਾਣੀ ਦੇ ਵਿੱਚ, ਉਹ ਇਹਦਾ ਕਾਰਨ ਬਣਦੇ ਆ। ਉਸ ਤੋਂ ਬਾਅਦ ਉਸ ਉਬਲਦੇ ਪਾਣੀ ਦੇ ਵਿੱਚ ਅਸੀਂ ਚਾਹ ਪੱਤੀ ਪਾਉਂਦੇ ਹਾਂ। ਚਾਹ ਪੱਤੀ ਦੇਖੋ, ਜਦੋਂ ਆਪਾਂ ਚਾਹ ਪੱਤੀ ਦੀ ਗੱਲ ਕਰਦੇ ਹਾਂ ਸਰ, ਜਾਂ ਤਾਂ ਉਹ ਹਰੀ ਹੋਣੀ ਚਾਹੀਦੀ ਹੈ ਜਾਂ ਪੀਲੀ ਹੋਣੀ ਚਾਹੀਦੀ ਹੈ, ਲੇਕਿਨ ਉਹਦਾ ਰੰਗ ਕੀ ਆਉਂਦਾ, ਲਾਲ। ਨਹੀਂ, ਲਾਲ ਵੀ ਹੁੰਦਾ, ਕਾਲੀ ਵੀ ਆਉਂਦੀ ਹੈ। ਕਾਲੀ ਵੀ ਆਉਂਦੀ ਹੈ, ਕਿਉਂਕਿ ਜਿੰਨਾ ਜ਼ਿਆਦਾ ਕੈਮੀਕਲ ਹੈ ਉਹਨੇ ਉਨਾ ਜ਼ਿਆਦਾ ਗੂੜਾ ਰੰਗ ਦੇ ਦੇਣਾ ਤੁਹਾਨੂੰ। ਉਹਦੇ 'ਚ ਆਮ ਤੌਰ 'ਤੇ ਜਿਹੜੀ ਬਿਸਮਾਰਕ ਬਰਾਊਨ ਡਾਈ ਹੈਗੀ, ਜਿਹੜੀ ਆਪਾਂ ਵਾਲਾਂ ਨੂੰ ਲਾਉਂਦੇ ਆ, ਵਾਲ ਕਲਰਫੁਲ ਕਰਨੇ ਦੇ ਲਈ, ਕੋਈ ਧੌਲੇ ਲੁਕਾਉਣ ਦੇ ਲਈ, ਉਹ ਸਿਰ ਨੂੰ ਲਾਉਂਦੇ ਆ, ਉਹਦੇ ਨਾਲ ਉਹ ਕਲਰ ਚਾੜਿਆ ਹੁੰਦਾ, ਉਹ ਪੱਤੀ ਰਹਿੰਦ ਖੂੰਹਦ ਜਿਹੜੀ, ਕਿਉਂਕਿ ਅਸਲੀ ਤਾਂ ਚਾਹ ਪੱਤੀ ਸਾਡੇ ਕੋਲ ਆਉਂਦੀ ਹੀ ਨਹੀਂ ਹੈਗੀ।
ਹੈ ਨਾ। ਜਿਹੜੀ ਅਸਲੀ ਚਾਹ ਪੱਤੀ ਤਾਂ ਉਹ ਹਜ਼ਾਰਾਂ ਰੁਪਏ ਆ, ਉਹ ਤਾਂ ਅਸੀਂ ਕਿਸੇ ਨੂੰ ਇੱਕ ਕੱਪ ਚਾਹ ਦਾ ਪਿਲਾਉਣ ਲੱਗੇ ਵੀ ਡਰਾਂਗੇ ਵੀ ਇੰਨੀ ਮਹਿੰਗੀ ਹੋਏਗੀ ਚਾਹ ਪੱਤੀ, ਸਾਡੇ ਬਜਟ ਤੋਂ ਬਾਹਰ ਹੋ ਜਾਣੀ ਹੈ ਗੱਲ। ਸਾਡੇ ਕੋਲ ਆਉਂਦੀ ਰਹਿੰਦ ਖੂੰਹਦ, ਉਹਨੂੰ ਕਈ ਤਰੀਕੇ ਦਾ ਕੈਮੀਕਲ ਚਾੜ ਕੇ ਸਪਰੇਹਾਂ ਉੱਤੇ ਕਰਕੇ, ਜਾਂ ਉਹਨੂੰ ਉਹ ਰੰਗ ਜਿਹਾ ਦੇਣ ਵਾਲੀ, ਜਾਂ ਉਹਦੇ 'ਚ ਕੈਮੀਕਲ ਇੱਦਾਂ ਦਾ ਜਿਹੜਾ ਪੀ ਕੇ ਹੈ ਨਾ ਸਾਨੂੰ ਲੱਗਦਾ ਹੈਗਾ ਵੀ ਅਸੀਂ ਥੋੜ੍ਹਾ ਜਿਹਾ ਤਰੋ ਤਾਜ਼ਾ ਹੋਗਾ ਜੀ, ਸਰੀਰ ਟੁੱਟਦਾ ਸੀ। ਉਹ ਜਿਹੜਾ ਕੈਮੀਕਲ ਹੈ ਉਹਦੇ ਵਿੱਚ ਨਿਕੋਟੀਨ ਜਿਹੜੀ ਹੈਗੀ ਆ, ਉਹੀ ਸਾਨੂੰ ਇੱਦਾਂ ਦੇ ਲੈਵਲ ਤੱਕ ਪਹੁੰਚਾਉਂਦੀ ਹੈਗੀ, ਉਹਨੂੰ ਵੀ ਕੱਢ ਲੈਂਦੇ ਆਪਾਂ। ਔਰ ਉਸ ਕੱਢਦੇ ਹੋਏ ਪਾਣੀ ਦੇ ਵਿੱਚ, ਜਿਹਦੇ ਵਿੱਚ ਖੰਡ ਵੀ ਕੱਢ ਲਈ, ਪੱਤੀ ਵੀ ਕੱਢ ਲਈ, ਫਿਰ ਅਸੀਂ ਦੁੱਧ ਪਾ ਦਿੰਦੇ ਹਾਂ। ਸਰ ਜਦੋਂ ਦੁੱਧ ਪਾਉਂਦੇ ਹੈਗੇ, ਕੈਮੀਕਲ ਰਿਐਕਸ਼ਨ ਹੁੰਦਾ ਜਿਹਨੇ ਸਾਡਾ ਲੀਵਰ ਡੈਮੇਜ ਕਰਨਾ ਹੁੰਦਾ, ਜਿਹੜੀ ਕੈਂਸਰ ਤੱਕ ਦਾ ਕਾਰਨ ਬਣ ਜਾਂਦੀ। ਚਾਹ ਨਾਲ ਲੀਵਰ ਡੈਮੇਜ ਕਿਵੇਂ ਹੋ ਜੂ? ਉਹਦੇ ਨਾਲ ਲੀਵਰ ਡੈਮੇਜ ਸਰ, ਜਿਹੜੀ ਉਹ ਵਿੱਚ ਕੈਮੀਕਲ ਪਾਇਆ ਹੋਇਆ, ਉਸ ਕੈਮੀਕਲ ਨੇ ਸਾਡੇ ਲੀਵਰ ਨੂੰ ਡੈਮੇਜ ਕਰਨਾ। ਜਿਹੜੀ ਗੈਸ ਬਣਦੀ ਆ, ਜਿਹੜਾ ਤੇਜ਼ਾਬ ਬਣਦਾ ਹੈਗਾ ਆ, ਜਿਹੜਾ ਲੋਕਾਂ ਨੂੰ ਇਹ ਹੋ ਜਾਂਦਾ ਹੈ ਜੀ ਵੀ ਅਸੀਂ ਚਾਹ ਪੀਂਦੇ ਆ, ਹੈ ਨਾ, ਛੱਡਦੇ ਨਹੀਂ ਹੈਗੇ, ਪੀ ਫਿਰ ਵੀ ਜਾਂਦੇ ਆ ਉਹ। ਲੇਕਿਨ ਇਹ ਹੁੰਦੀ ਹੈਗੀ ਆ ਜੀ, ਚਾਹ ਪੀ ਕੇ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਗਿਆ, ਜੇ ਭੁੱਖ ਮਰ ਜਾਂਦੀ ਆ ਚਾਹ ਦੇ ਨਾਲ, ਹੈ ਨਾ, ਹੈਵੀ ਕੰਮ ਉਹਦਾ ਹੋ ਜਾਂਦਾ ਹੈਗਾ, ਕਿਉਂਕਿ ਖੁਸ਼ਕ ਹੁੰਦੀ ਆ ਚਾਹ। ਔਰ ਚਾਹ ਜਦੋਂ ਆਪਾਂ ਪੀਂਦੇ ਹੈਗੇ ਆ, ਉਹਨੇ ਸਾਡੀਆਂ ਜਿਹੜੀਆਂ ਨਸਾਂ ਹੈਗੀਆਂ ਉਹਨੂੰ ਖੁਸ਼ਕ ਕਰ ਦੇਣਾ ਹੁੰਦਾ। ਜੇ ਨਸਾਂ ਖੁਸ਼ਕ ਹੈਗੀਆਂ, ਨਸਾਂ 'ਚ ਲਚਕੀਲਾਪਨ ਨਹੀਂ ਹੈਗਾ ਸਰ, ਤੇ ਉਹਨੇ ਫਿਰ ਜਿਹੜਾ ਹੈਗਾ ਜੀ ਉਹ ਸਾਡੀ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਪ੍ਰੋਪਰ ਨਹੀਂ ਹੋਣ ਦੇਣਾ। ਜੇ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੈ ਤਾਂ ਆਕਸੀਜਨ ਨਹੀਂ ਪਹੁੰਚਣੀ, ਔਰ ਜਿੱਥੇ ਆਕਸੀਜਨ ਨਹੀਂ ਉੱਥੇ ਪ੍ਰੋਬਲਮ ਹੈ। ਜਾਣੀ 20 ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਇਹ ਚਾਹ ਪੀਣ ਦੇ ਨਾਲ ਆਉਂਦੀਆਂ। ਜੋੜਾਂ 'ਚ ਦਰਦ ਵੀ ਹੁੰਦਾ, ਲੀਵਰ ਡੈਮੇਜ ਹੁੰਦਾ ਹੈਗਾ, ਲੇਡੀਜ਼ ਦੇ ਐਗ ਖਤਮ ਹੁੰਦੇ ਆ ਜ਼ਿਆਦਾ ਚਾਹ ਪੀਣ ਦੇ ਨਾਲ। ਜਿੱਦਾਂ ਮੈਦਾ ਖਰਾਬ ਕਰਦਾ ਲੀਵਰ ਨੂੰ, ਉਸੇ ਤਰੀਕੇ ਦੇ ਨਾਲ ਇਹ ਚਾਹ ਖਰਾਬ ਕਰਦੀ ਹੈਗੀ ਆ। ਔਰ ਲੇਡੀਜ਼ ਦਾ ਜਿਹੜਾ ਸਿਰ ਦਰਦ ਕਰਦਾ ਰਹਿੰਦਾ, ਲੇਡੀਜ਼ ਦੇ ਹਾਰਮੋਨ ਜਿਹੜੇ ਇੰਬੈਲੈਂਸ ਹੁੰਦੇ ਹੈਗੇ ਆ, ਕਿਉਂਕਿ ਸਾਡੇ ਦੇਸ਼ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਪਾਣੀ ਤਾਂ ਪੀਂਦੀਆਂ ਨਹੀਂ, ਚਾਹ ਹੀ ਬਣਾ ਬਣਾ ਕੇ ਪੀ ਜਾਂਦੀਆਂ, ਹੈ ਨਾ। ਤੇ ਇੱਕ ਆਪਾਂ ਜਦੋਂ ਇਹ ਚੀਜ਼ ਆਉਂਦੀ ਹੈਗੀ ਆ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਹ ਚਾਹ ਜਿਹੜੀ ਆ, ਨਾਰਮਲ ਚਾਹ ਆਪਾਂ ਘਰਾਂ ਦੇ ਵਿੱਚ ਪੀਂਦੇ ਆ, ਇਹ ਬਿਮਾਰੀਆਂ ਦਾ ਕਾਰਨ ਬਣਦੀ ਆ। ਫਿਰ ਤੇ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਤਾਂ ਜ਼ਹਿਰ ਹੋਈ ਜੀ, ਚਾਹ ਕਾਦੀ ਹੋਈ? ਬਿਲਕੁਲ ਸਰ, ਮੈਂ ਇਹ ਸਲੋ ਪੋਇਜ਼ਨ ਹੈ, ਮਿੱਠਾ ਜ਼ਹਿਰ ਆ, ਕਿਉਂਕਿ ਹੌਲੀ ਹੌਲੀ ਮਾਰਦੀ ਆ ਬੰਦੇ ਨੂੰ। ਇੱਕ ਗੱਲ ਹੋਰ ਸਮਝਾਓ, ਜਿਹੜੇ ਲੋਕ ਚਾਹ ਪੀਂਦੇ ਨੇ, ਜਿਹੜੇ ਐਡਿਕਸ਼ਨ ਕਿਵੇਂ ਹੋ ਜਾਂਦੀ ਹੈ ਚਾਹ ਦੀ? ਜਿਹੜੇ ਕਹਿੰਦੇ ਨੇ ਸਵੇਰ ਉੱਠਦੇ ਸਾਰ ਹੀ ਜਿਹੜੇ ਚਾਹ ਪੀਂਦੇ ਨੇ, ਉਹਦਾ ਕੋਈ ਫਾਇਦਾ ਹੋ ਸਕਦਾ? ਜਿਹੜੇ ਉੱਠਦੇ ਸਾਰੀ ਚਾਹ ਪੀਂਦੇ ਨੇ, ਬੈਡ ਟੀ ਦਾ ਨਾਂ ਦਿੱਤਾ ਹੋਇਆ ਜੀ ਅਸੀਂ। ਸਰ ਇਹੀ ਤਾਂ ਇੱਕ ਦੇਖੋ ਸਮਝਣ ਵਾਲੀ ਗੱਲ ਇਹੀ ਆ ਵੀ ਜਿਹੜੀ ਵੀ ਚੀਜ਼ ਸਾਨੂੰ ਕੁਦਰਤ ਨੇ ਦਿੱਤੀ ਹੈ, ਆਪਾਂ ਸੇਬ ਆ ਜਾਂ ਕੋਈ ਹੋਰ ਫਰੂਟ ਦਾ ਨਾਂ ਲੈ ਲਓ, ਜਾਂ ਜਿਹੜੀ ਵੀ ਕੋਈ ਚੀਜ਼ ਸਾਨੂੰ ਕੁਦਰਤ ਨੇ ਦਿੱਤੀ ਹੈ, ਸਰ ਜਿੰਨਾ ਚਿਰ ਮਰਜ਼ੀ ਲਗਾਤਾਰ ਖਾਈ ਜਾਓ। ਜਿੱਦਾਂ ਤੁਹਾਡਾ ਮਨ ਕਰਦਾ ਵੀ ਮੈਂ ਅੱਜ ਤੋਂ ਬਾਅਦ ਇਹ ਖਾਣੀ ਨਹੀਂ ਹੈ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ ਛੱਡ ਸਕਦੇ ਹੋ। ਚਾਹ ਛੱਡਣੀ ਕਿਉਂ ਮੁਸ਼ਕਿਲ ਹੈ? ਇਹੀ ਤੇ ਇੱਥੋਂ ਦਾ ਇੱਕ ਸਵਾਲ ਪੈਦਾ ਹੁੰਦਾ ਵੀ ਇਹ ਕੈਮੀਕਲ ਬੇਸ ਆ, ਇਹਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਚੀਜ਼ ਪਾਈ ਜਾਂਦੀ ਆ ਜਿਹੜੀ ਸਾਨੂੰ ਨਸ਼ੇ ਵਾਂਗ ਸਾਡੇ ਸਰੀਰ 'ਚ ਰਚਦੀ ਹੈ। ਜਿੱਦਾਂ ਕਿਸੇ ਸ਼ਰਾਬੀ ਲਈ ਸ਼ਰਾਬ ਛੱਡਣੀ ਮੁਸ਼ਕਿਲ ਹੈ, ਜਿੱਦਾਂ ਚਿੱਟਾ ਪੀਣ ਵਾਲਿਆਂ ਲਈ ਚਿੱਟਾ ਛੱਡਣਾ ਮੁਸ਼ਕਿਲ ਹੈ, ਉੱਦਾਂ ਜਿਹੜੇ ਚਾਹ ਪੀਣ ਵਾਲੇ ਲੋਕ ਆ ਉਹਨਾਂ ਲਈ ਚਾਹ ਛੱਡਣੀ ਮੁਸ਼ਕਿਲ ਆ। ਇੰਨਾ ਸਾਡੇ ਸਰੀਰ ਦੇ ਉੱਤੇ ਹਾਵੀ ਹੋ ਚੁੱਕੀ ਆ ਇਹ ਚੀਜ਼। ਔਰ ਸ਼ਾਇਦ ਇਸੇ ਕਰਕੇ ਚਾਹ ਜਿਹੜੀ ਹੈਗੀ ਆ ਇਹਨੂੰ ਸਾਡੇ ਤੇ ਥੋਪਿਆ ਗਿਆ, ਕਿਉਂਕਿ ਲੋਕ ਜਿਹੜੇ ਆ, ਜਿੱਦਾਂ ਹਰਦੀਪ ਜੀ ਨੇ ਗੱਲ ਕੀਤੀ ਹੈਗੀ ਆ ਵੀ ਲੋਕ ਸਾਡੇ ਜਿਹੜੇ ਪੰਜਾਬੀ ਸੀਗੇ ਕਾੜੇ ਬਣਾ ਕੇ ਪੀਂਦੇ ਸੀ ਸਰ। ਉਹ ਚੀਜ਼ਾਂ ਸੀਗੀਆਂ ਜਿਹੜੀਆਂ ਸਾਡੇ ਮਸਾਲੇ ਦੇ ਰੂਪ 'ਚ ਇਸਤੇਮਾਲ ਹੁੰਦੀਆਂ ਸੀ, ਉਹਨਾਂ ਦਾ ਕਾੜਾ ਬਣਾ ਕੇ ਪੀਤਾ ਜਾਂਦਾ ਸੀਗਾ। ਉਹ ਜਦੋਂ ਕਿਤੇ ਕੋਈ ਕਿਸੇ ਨੂੰ ਪ੍ਰੋਬਲਮ ਆ ਜਾਣੀ, ਉਹ ਕਾੜਾ ਬਣਾ ਕੇ ਬਜ਼ੁਰਗ ਪੀਂਦੇ ਸੀਗੇ। ਉਹ ਸਾਡੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਆ ਉਹਨਾਂ ਨੂੰ ਉਹ ਕਵਰ ਕਰਦੀ ਸੀ ਉਹ ਚੀਜ਼ ਜਿਹੜੀ ਹੈਗੀ ਆ। ਲੇਕਿਨ ਅੰਗਰੇਜ਼ਾਂ ਨੇ ਕਿਆ ਦੇਖਿਆ, ਇੱਕ ਤਾਂ ਅੰਗਰੇਜ਼ ਵਪਾਰੀ ਲੋਕ ਸੀਗੇ, ਕਿਉਂਕਿ ਆਏ ਤਾਂ ਅਲਟੀਮੇਟਲੀ ਉਹ ਇੱਥੇ ਵਪਾਰ ਕਰਨ ਆਏ ਸੀ, ਉਹ ਚਾਹ ਵੀ ਨਾਲ ਲੈ ਕੇ ਆਏ। ਜਦੋਂ ਚਾਹ ਦੇ ਆਦੀ ਬਣਾਇਆ ਗਿਆ ਲੋਕਾਂ ਨੂੰ, ਪਹਿਲਾਂ ਉਹਨਾਂ ਨੇ ਜਨਤਕ ਥਾਵਾਂ ਤੇ ਚਾਹ ਦੇ ਲੰਗਰ ਲਾਏ, ਚਾਹ ਦਾ ਟੇਸਟ ਕਰਵਾਇਆ, ਠੀਕ ਹੈ। ਉਦੋਂ ਚਾਹ ਥੋੜੀ ਵਧੀਆ ਵੀ ਲੈ ਕੇ ਆਏ ਹੋਣਗੇ, ਕੋਈ ਪੱਤੀ ਜਿਹੜੀ ਹੈਗੀ ਆ ਕੋਈ ਚੱਜ ਦੀ ਹੋਏਗੀ। ਹੌਲੀ ਹੌਲੀ ਜਦੋਂ ਲੋਕ ਆਦੀ ਬਣ ਗਏ ਨਾ, ਜਿੱਦਾਂ ਆਪਾਂ ਕਿਸੇ ਨੂੰ ਨਸ਼ੇ ਤੇ ਲਾਉਣਾ ਹੁੰਦਾ ਵੀ ਪਹਿਲਾਂ ਇੱਕ ਦੋ ਵਾਰੀ ਉਹਨੂੰ ਨਸ਼ਾ ਜਿਹੜਾ ਹੈਗਾ ਫ੍ਰੀ 'ਚ ਦੇ ਦਿਓ, ਤੀਜੀ ਵਾਰੀ ਉਹਦੀ ਬੋਡੀ ਮੰਗਦੀ ਆ ਫਿਰ ਨਸ਼ਾ, ਹੈ ਨਾ। ਵੀ ਨਸ਼ੇ ਨੂੰ ਤਾਂ ਤੁਸੀਂ ਤਾਂ ਛੱਡਣਾ ਚਾਹੁੰਦੇ ਆ, ਫਿਰ ਨਸ਼ਾ ਤੁਹਾਨੂੰ ਨਹੀਂ ਛੱਡਦਾ। ਇੱਦਾਂ ਲੋਕਾਂ ਨੂੰ ਜਨਤਕ ਥਾਂ ਤੇ ਚਾਹ ਪਿਲਾ ਕੇ ਲੋਕਾਂ ਨੂੰ ਆਦੀ ਕੀਤਾ ਗਿਆ ਇਸ ਚਾਹ ਦੇ। ਔਰ ਜਦੋਂ ਲੋਕ ਆਦੀ ਹੋ ਗਏ ਤੇ ਫਿਰ ਲੋਕਾਂ ਦੇ ਲਈ ਉਹ ਚਾਹ ਵੇਚੀ ਗਈ। ਇੱਕ ਤਾਂ ਵਪਾਰ ਵਧਿਆ, ਦੂਜੇ ਨੰਬਰ ਤੇ ਇਹਨੇ ਜਿਹੜਾ ਰਿਸ਼ਟ ਪੁਸ਼ਟ ਸਰੀਰ ਸੀਗੇ, ਜਿਹੜੇ ਤੰਦਰੁਸਤ ਲੋਕ ਸੀਗੇ, ਉਹ ਇਸ ਚਾਹ ਦੇ ਨਾਲ ਬਿਮਾਰ ਰਹਿਣਾ ਸ਼ੁਰੂ ਹੋ ਗਿਆ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਅਲੂਮੀਨੀਅਮ ਲੈ ਕੇ ਆਏ ਅੰਗਰੇਜ਼, ਕਿਉਂਕਿ ਜਦੋਂ ਨਾ ਅੰਗਰੇਜ਼ਾਂ ਨੇ ਇੱਥੇ ਰਾਜ ਕਰਨਾ ਸ਼ੁਰੂ ਕੀਤਾ, ਉਹ ਜਿਹਨੂੰ ਕੈਦੀ ਬਣਾ ਲੈਂਦੇ ਸੀਗੇ, ਜੇਲ੍ਹਾਂ ਦੇ ਵਿੱਚ ਅਲੂਮੀਨੀਅਮ ਦੇ ਭਾਂਡੇ 'ਚ ਖਾਣਾ ਦਿੰਦੇ ਸੀ ਤਾਂ ਕਿ ਕੈਮੀਕਲ ਰਿਐਕਸ਼ਨ ਹੋਵੇ। ਉਸ ਜਦੋਂ ਅੱਗ ਤੇ ਬਣਨਾ ਹੈਗਾ ਭੋਜਨ, ਹੈ ਨਾ, ਉਹ ਕੈਮੀਕਲ ਵਾਲੇ ਭਾਂਡੇ ਦੇ ਵਿੱਚ, ਅਲੂਮੀਨੀਅਮ ਵਾਲੇ ਭਾਂਡੇ ਦੇ ਵਿੱਚ।
ਲੋਕ ਬਿਮਾਰ ਹੁੰਦੇ ਸੀ ਤਾਂ ਕਿ ਲੋਕ ਜਿਹੜੇ ਹੈਗੇ ਆ ਆਪਣੇ ਆਪ ਬਿਮਾਰ ਹੋ ਕੇ ਮਰਨਾ ਸ਼ੁਰੂ ਹੋ ਜਾਣ। ਲੇਕਿਨ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਖੁਦ ਉਹ ਬਿਮਾਰੀ ਵਾਲੇ ਭਾਂਡੇ ਵੀ ਜਿਹੜੇ ਹੈਗੇ ਆ ਉਹ ਰੱਖੇ ਹੋਏ ਆ, ਵੀ ਅਸੀਂ ਕੁੱਕਰ ਆ ਗਾ ਜੀ, ਜਿਹੜੀਆਂ ਵੀ ਚੀਜ਼ਾਂ ਜਿੰਨੀਆਂ ਕੁ ਭਾਂਡੇ ਆਉਂਦੇ ਸਾਰੇ ਐਲੂਮੀਨੀਅਮ ਦੇ ਹੈਗੇ, ਹੁਣ ਅਸੀਂ ਖਰੀਦ ਕੇ ਲਿਆਉਂਦੇ ਹਾਂ। ਇਸੇ ਤਰੀਕੇ ਦੇ ਨਾਲ ਚਾਹ ਆਈ ਸੀ ਸਰ, ਔਰ ਇਹ ਜਿਹੜੀ ਚਾਹ ਹੈਗੀ ਆ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਲਾਉਂਦੀ ਆ, ਤੇ ਜਦੋਂ ਵੀ ਸਾਡੇ ਇੱਥੇ ਡਾਕਟਰਾਂ ਦੇ ਕੋਲ ਜਦੋਂ ਵੀ ਕੋਈ ਆਉਂਦਾ ਸੀਗਾ ਤਾਂ ਸਾਡੇ ਜਿਹੜੇ ਕੁਝ ਚੁਣਿੰਦਾ ਪਰਹੇਜ਼ ਚੱਲਦੇ ਹੈਗੇ ਆ, ਉਹਨਾਂ ਦੇ ਵਿੱਚ ਸਰ ਚਾਹ ਵੀ ਇੱਕ ਚੀਜ਼ ਹੁੰਦੀ ਸੀ। ਲੇਕਿਨ ਅਸੀਂ ਇਹ ਗੱਲ ਹੁੰਦੀ ਸੀਗੀ ਵੀ ਭਾਈ ਚਾਹ ਨਹੀਂ ਪੀਣੀ ਹੈ। ਲੋਕ ਕਹਿੰਦੇ ਸੀ ਵੀ ਜਾਦੇ ਜੰਮੇ ਆ, ਪਹਿਲਾਂ ਬੋਤਲਾਂ ਨਾਲ ਚਾਹ ਪੀਤੀ ਆ, ਫਿਰ ਗਲਾਸਾਂ ਨਾਲ ਪੀਤੀ ਆ, ਅੱਜ ਕੱਲ੍ਹ ਚਲੋ ਕੱਪਾਂ ਤੱਕ ਆ ਗਏ ਆ, ਲੇਕਿਨ ਚਾਹ ਪੀ ਰਹੇ ਆ। ਵੀ ਚਾਹ ਛੱਡਣੀ ਮੁਸ਼ਕਿਲ ਆ ਸਰ। ਔਰ ਇਹਦਾ ਉਲਟਾ ਉਨਾ ਹੀ ਸੱਚ ਆ ਵੀ ਜੇ ਆਪਾਂ ਕਿਸੇ ਨੂੰ ਕਿਸੇ ਪਾਸਿਓਂ ਰੋਕਣਾ ਹੋਵੇ ਨਾ, ਉਹਦਾ ਬਦਲ ਦੇਣਾ ਪਊਗਾ। ਜੇ ਆਪਾਂ ਨਿਆਣੇ ਨੂੰ ਚਾਹੁੰਦੇ ਆ ਵੀ ਨਿਆਣਾ ਜਿਹੜਾ ਹੈਗਾ ਗਲਤ ਪਾਸੇ ਨਾ ਜਾਵੇ, ਨਸ਼ਿਆਂ ਵੱਲ ਨਾ ਜਾਵੇ, ਉਹਨੂੰ ਗਰਾਊਂਡ 'ਚ ਭੇਜਣਾ ਪਊਗਾ, ਉਹਦਾ ਬਦਲ ਦੇਣਾ ਪਊਗਾ। ਜੇ ਆਪਾਂ ਚਾਹੁੰਦੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਵੀ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟ ਕੇ ਇੱਧਰ ਲਾਉਣਾ, ਵੀ ਜੇ ਇੱਕ ਪਾਸਿਓਂ ਉਠਾਉਣਾ ਚਾਹੁੰਦੇ ਆ ਨਾ ਕਿਸੇ ਨੂੰ, ਤਾਂ ਦੂਜੇ ਪਾਸੇ ਲਾਉਣਾ ਪਊਗਾ। ਸਰ ਜੇ ਆਪਾਂ ਚਾਹ ਦੇ ਨੁਕਸਾਨ ਦੱਸ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਚਾਹ ਨਹੀਂ ਪੀਣੀ, ਤਾਂ ਸਵਾਲ ਆਉਂਦਾ ਸੀ ਫਿਰ ਪੀਏ ਕੀ। ਸਰ ਉਹਦੀ ਉਸ ਸਵਾਲ ਦਾ ਜਵਾਬ ਆ ਤ੍ਰਿਰਸ ਅੰਮ੍ਰਿਤ, ਜਿਹੜਾ ਤੁਸੀਂ ਵੀ ਚੱਖ ਕੇ ਹਟੇ ਹੋ, ਜਿਹੜਾ ਮੇਰੇ ਵੀ ਹੱਥ ਦੇ ਵਿੱਚ ਕੱਪ ਹੈਗਾ। ਔਰ ਇੱਕ ਇਹੋ ਜਿਹੀ ਚਾਹ ਹੈਗੀ ਆ ਸਰ, ਇਹਨੂੰ ਚਾਹ ਕਹਿ ਸਕਦੇ ਆ, ਲੇਕਿਨ ਅਸਲ 'ਚ ਚਾਹ ਨਹੀਂ ਹੈ, ਇੱਕ ਦਵਾਈ ਆ। ਕਿਉਂਕਿ ਇਹ ਜਿਹੜੀ ਦਵਾਈ ਹੈਗੀ ਆ, ਇਹਦੇ ਵਿੱਚ ਉਹ ਚਾਹ ਪੱਤੀ ਨਹੀਂ ਹੈ ਜਿਹੜੀ ਆਮ ਅਸੀਂ ਪੀਂਦੇ ਆ, ਇਹਦੇ ਵਿੱਚ ਜੜੀ ਬੂਟੀਆਂ ਹੈ ਸਰ। ਜੜੀ ਬੂਟੀਆਂ ਐਦਾਂ ਦੀਆਂ ਜੜੀ ਬੂਟੀਆਂ ਜਿਹੜੀ ਇਹ ਚਾਹ ਪੀਣ ਦੇ ਨਾਲ ਸਾਡੀ ਸ਼ੂਗਰ ਦਾ ਲੈਵਲ ਆ ਉਹ ਮੇਨਟੇਨ ਹੋਏਗਾ। ਜੇ ਵੱਧਦੀ ਆ ਤਾਂ ਘਟੇਗੀ, ਜੇ ਘਟਦੀ ਆ ਤਾਂ ਵਧੇਗੀ। ਇਹਦੇ ਜੜੀ ਬੂਟੀਆਂ ਇੱਦਾਂ ਦੀਆਂ ਪਈਆਂ ਸਰ। ਇਹਨੇ ਕੋਲੈਸਟਰੋਲ ਲੈਵਲ ਜਿਹੜਾ ਹੈਗਾ ਉਹਨੂੰ ਲੋ ਕਰਨਾ ਹੈਗਾ। ਜਿਹਨਾਂ ਦੇ ਕੋਲੈਸਟਰੋਲ ਵੱਧਦੇ ਆ, ਇਹ ਚਾਹ ਪੀਣ ਦੇ ਨਾਲ ਹੀ ਉਹ ਕੋਲੈਸਟਰੋਲ ਦਾ ਲੈਵਲ ਜਿਹੜਾ ਹੈਗਾ ਉਹ ਮੇਨਟੇਨ ਹੋ ਜਾਏਗਾ। ਇਹ ਚਾਹ ਪੀਣ ਦੇ ਨਾਲ ਹੀ ਲੋਕ ਜਿਹੜੇ ਸਟ੍ਰੈਸ ਦੇ ਵਿੱਚ ਰਹਿੰਦੇ ਆ, ਉਹ ਸਟ੍ਰੈਸ ਖਤਮ ਹੋਏਗੀ ਸਰ। ਇਹ ਚਾਹ ਪੀਣ ਦੇ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ। ਤੁਸੀਂ ਕਹਿ ਰਹੇ ਸੀ ਨਾ ਚਾਹ ਪੀ ਕੇ ਮੈਨੂੰ ਭੁੱਖ ਮਹਿਸੂਸ ਹੋਈ ਹੈ, ਕਿਉਂਕਿ ਮੈਂ ਅਗਲਾ ਸਵਾਲ ਵੀ ਤੁਹਾਨੂੰ ਇਹੀ ਕਰਨਾ ਸੀ। ਬੈਠੇ ਬੈਠੇ ਮੈਂ ਲੰਚ ਕਰਕੇ ਆਇਆ, ਠੀਕ ਠਾਕ ਲੰਚ ਕਰਕੇ ਆਇਆ, ਤੇ ਮੈਂ ਜਦੋਂ ਇਹ ਆਯੁਰਵੈਦਿਕ ਚਾਹ ਤੁਹਾਡੀ ਇੱਥੇ ਪੀਤੀ ਤੇ ਪੀਣ ਤੋਂ ਬਾਅਦ ਮੈਨੂੰ ਬੜੀ ਜ਼ਬਰਦਸਤ ਭੁੱਖ ਲੱਗੇ। ਮੈਨੂੰ ਆਇਆ ਵੀ ਜਿਵੇਂ ਢਿੱਡ 'ਚ ਕੋਈ ਟੋਆ ਪੱਟ ਗਿਆ ਹੁੰਦਾ। ਬਿਲਕੁਲ ਸਰ, ਕਿਉਂਕਿ ਇਹਨੇ ਸਾਡੀ ਪਾਚਨ ਸ਼ਕਤੀ ਦਰੁਸਤ ਕਰਨੀ ਆ। ਉਹ ਇਸ ਕਰਕੇ ਕਰਨੀ ਆ ਕਿਉਂਕਿ ਇਹਦੇ ਵਿੱਚ ਅਸੀਂ ਉਹ ਜੜੀ ਬੂਟੀਆਂ ਪਾਈਆਂ, ਜਿਨ੍ਹਾਂ ਜੜੀ ਬੂਟੀਆਂ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੈਗੀ ਆ ਸਰ। ਜੇ ਆਪਾਂ ਗੱਲ ਕਰਦੇ ਹੈਗੇ ਆ ਵੀ ਇਹਦੇ ਵਿੱਚ ਅਸੀਂ ਜੇ ਮੈਂ ਤੁਹਾਨੂੰ ਇਹਦੀ ਪੈਕਿੰਗ ਦਿਖਾ ਲਾਂ, ਤੇ ਇਹ ਇਸ ਰੂਪ ਦੇ ਵਿੱਚ ਸਰ ਪੈਕਿੰਗ ਜਿਹੜੀ ਹੈਗੀ ਆ ਇਹ ਆਏਗੀ, ਔਰ ਇਹਦਾ ਨਾਮ ਤ੍ਰਿਰਸ ਅੰਮ੍ਰਿਤ ਹੈਗਾ। ਤ੍ਰਿਰਸ ਅੰਮ੍ਰਿਤ ਕਿਉਂ ਜੀ? ਇਹ ਸਰ ਕਿਉਂਕਿ ਸਾਡਾ ਸਰੀਰ ਹੈ ਜਿਹੜਾ, ਇਸ ਸਾਡੇ ਸਰੀਰ ਦੀਆਂ 3 ਪ੍ਰਵਿਰਤੀਆਂ ਹੁੰਦੀਆਂ ਸਰ, ਵਾਤ, ਪਿੱਤ ਔਰ ਕਫ। ਆਯੁਰਵੇਦ ਵਾਤ, ਪਿੱਤ ਔਰ ਕਫ ਤੇ ਹੀ ਕੰਮ ਕਰਦਾ ਹੈਗਾ। ਜਿੰਨੇ ਵੀ ਆਯੁਰਵੇਦ ਨੂੰ ਜਾਣਨ ਵਾਲੇ ਲੋਕ ਹੈਗੇ ਉਹਨਾਂ ਨੂੰ ਪਤਾ ਹੈ ਕਿ ਵਾਤ ਪਿੱਤ ਕਿਆ ਹੁੰਦਾ ਹੈਗਾ। ਵਾਤ, ਪਿੱਤ ਔਰ ਕਫ ਤਿੰਨੋਂ ਪ੍ਰਵਿਰਤੀਆਂ ਉਹਨਾਂ ਨੂੰ ਲੈਵਲ ਕਰ ਦੇਣਾ ਹੁੰਦਾ ਹੈ ਸਰ। ਇਸ ਚਾਹ ਨੇ ਲੈਵਲ ਕਰ ਦੇਣਾ। ਦੂਜੀ ਚਾਹ ਜਿਹੜੀ ਆਪਾਂ ਘਰਾਂ 'ਚ ਪੀਂਦੇ ਆ, ਜਿਹਨੂੰ ਆਪਾਂ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਲਿਆ, ਜੇ ਕਿਤੇ ਜਾਂਦੇ ਆ ਤਾਂ ਆਪਾਂ ਜਾਂਦਿਆਂ ਦੇ ਮੂਹਰੇ ਵੀ ਹੋ ਗਿਆ ਜੀ ਵੀ ਚਾਹ, ਚਲੋ ਹੁਣ ਤਾਂ ਇੱਕ ਰਿਵਾਜ਼ ਖਤਮ ਹੋ ਗਿਆ। ਪਹਿਲਾਂ ਤਾਂ ਬੀਬੀਆਂ ਚਾਹ ਪਿਲਾ ਕੇ ਦੁਬਾਰਾ ਪੁੱਛਣ ਆਉਂਦੀਆਂ ਸੀ ਗੜਬੀ ਲੈ ਕੇ ਵੀ ਹੋਰ ਚਾਹ ਲੈਣੀ ਆ, ਔਰ ਜੇ ਕੋਈ ਨਹੀਂ ਪੁੱਛਦਾ ਸੀ ਤਾਂ ਕਹਿੰਦੇ ਸਾਨੂੰ ਚਾਹ ਦੁਬਾਰਾ ਨਹੀਂ ਪੁੱਛੀ। ਇਸ ਗੱਲ ਦੇ ਉੱਤੇ ਝਗੜਾ ਸ਼ੁਰੂ ਹੋ ਜਾਂਦਾ ਸੀਗਾ। ਸੋ ਉਹ ਜਿਹੜੀ ਚਾਹ ਹੈਗੀ ਆ ਉਹ ਵਾਤ, ਪਿੱਤ, ਕਫ ਨੂੰ ਉਹਦੇ 'ਚ ਜਿਹੜਾ ਸੰਤੁਲਨ ਹੈਗਾ ਉਹ ਗੜਬੜਾਉਂਦਾ ਸੀਗਾ ਉਹਦੇ ਨਾਲ। ਇਸੇ ਕਰਕੇ ਲੀਵਰ ਫੈਟੀ ਹੁੰਦੇ ਆ, ਲੀਵਰ 'ਚ ਗਰਮੀ ਵੱਧਦੀ ਉਹ ਚਾਹ ਪੀ ਕੇ। ਲੇਕਿਨ ਇਸ ਤ੍ਰਿਰਸ ਅੰਮ੍ਰਿਤ ਨੇ ਸਾਡੇ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰ ਦੇਣਾ ਹੁੰਦਾ। ਅੱਧੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਸਰ। ਐਂਟੀ ਡਾਇਬਟਿਕ ਹੈਗੀ ਆ। ਐਂਟੀ ਡਾਇਬਟਿਕ ਜੇ ਸ਼ੂਗਰ ਵੱਧਦੀ ਆ ਤੇ ਘਟਾਉਣੀ ਆ, ਜੇ ਘਟਦੀ ਆ ਤਾਂ ਇਹਨੇ ਬੈਲੈਂਸ ਕਰ ਦੇਣੀ ਹੈਗੀ। ਇਹਦੇ ਵਿੱਚ ਉਹ ਚੀਜ਼ਾਂ ਪਾਈਆਂ ਹੋਈਆਂ ਸਰ। ਕੋਲੈਸਟਰੋਲ ਨੂੰ ਇਹਨੇ ਬੈਲੈਂਸ ਕਰਨਾ ਹੈਗਾ, ਲੋਅਰ ਕੋਲੈਸਟਰੋਲ ਹੈਗੀ ਆ। ਸਟਰੈਸ ਨੂੰ ਇਹਨੇ ਡਾਊਨ ਕਰਨਾ ਹੁੰਦਾ, ਔਰ ਇਮਿਊਨਿਟੀ ਬੂਸਟਰ ਹੈ ਇਹ ਸਰ। ਇਹਦੀਆਂ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਉੱਤੇ ਹੀ ਨਾ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਈਆਂ ਹੋਈਆਂ ਲਿਖੀਆਂ ਵੀ ਹੈ। ਲੇਕਿਨ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਸਰ। ਇਹਦੇ ਵਿੱਚ ਅਸ਼ਵਗੰਧਾ ਪਾਇਆ ਹੋਇਆ। ਅਸ਼ਵਗੰਧਾ, ਜਦੋਂ ਵੀ ਆਪਾਂ ਕਿਤੇ ਸਟਰੈਸ ਦੀ ਗੱਲ ਕਰਦੇ ਹਾਂ ਜਾਂ ਆਪਾਂ ਦਿਮਾਗੀ ਪਰੇਸ਼ਾਨੀ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਵੀ ਆਯੁਰਵੇਦਾ ਦਾ ਗਿਆਤਾ ਬੰਦਾ ਹੈਗਾ ਉਹ ਤੁਹਾਨੂੰ ਅਸ਼ਵਗੰਧਾ ਜਿਹੜਾ ਹੈਗਾ ਆ ਉਹ ਸੁਜੈਸਟ ਕਰੇਗਾ ਕਿ ਅਸ਼ਵਗੰਧਾ ਖਾਣਾ ਸ਼ੁਰੂ ਕਰੋ। ਅਸ਼ਵਗੰਧਾ ਜਿਹੜਾ ਹੈਗਾ ਸਰ ਉਹ ਸਾਨੂੰ ਦਿਮਾਗੀ ਤੌਰ ਤੇ ਜਿਹੜੀ ਸਾਡੀ ਦਿਮਾਗੀ ਸਿਹਤ ਆ, ਮਾਨਸਿਕ ਸਿਹਤ ਆ, ਉਹਨੂੰ ਤੰਦਰੁਸਤ ਕਰਦਾ, ਸਟਰੈਸ ਨੂੰ ਘਟਾਉਂਦਾ, ਤਣਾਅ ਨੂੰ ਘਟਾਉਂਦਾ ਹੈਗਾ। ਇਹਦੇ ਨਾਲ ਨਾਲ ਜੋੜਾਂ ਦੇ ਦਰਦਾਂ ਦੇ ਵਿੱਚ ਵੀ ਅਸ਼ਵਗੰਧਾ ਜਿਹੜਾ ਬੈਨੀਫਿਟ ਦਿੰਦਾ ਹੈ, ਔਰ ਸਾਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਕਰਦਾ ਹੈਗਾ ਸਰ। ਜਿਹੜਾ ਅਸ਼ਵਗੰਧਾ ਹੈਗਾ ਉਹਨੇ ਜਿਹੜਾ ਸਾਡਾ ਅੰਦਰਲਾ ਸਿਸਟਮ ਹੈਗਾ ਹੈ ਨਾ,
ਉਹਨੂੰ ਸੈੱਟ ਕਰਨਾ ਹੁੰਦਾ ਹੈ ਜੀ ਉਹਨੇ, ਚਾਹੇ ਉਹ ਸਾਡੀ ਸੈਕਸੁਅਲ ਲਾਈਫ ਵਾਲੇ ਪਾਸਿਓਂ ਜਾਂ ਅੰਦਰੂਨੀ ਕਮਜ਼ੋਰੀ ਕਹਿ ਲਓ ਕਿਸੇ ਤਰੀਕੇ ਦੀ, ਅਸ਼ਵਗੰਧਾ ਉੱਤੇ ਵਰਕ ਕਰਦਾ ਹੈ ਸਰ। ਇਹਦੇ ਵਿੱਚ ਗੁਲਹੜ ਦਾ ਫੁੱਲ ਹੈ, ਗੁਲਹੜ ਦਾ ਫੁੱਲ ਜਿਹੜਾ ਮਾਤਾ ਦੇ ਮੰਦਿਰ ਦੇ ਵਿੱਚ ਵੀ ਚੜ੍ਹਦਾ, ਬਿਲਕੁਲ ਲਾਲ ਰੰਗ ਦਾ ਹੁੰਦਾ ਹੈ ਸਰ। ਬਹੁਤ ਸਾਰੇ ਉਹਦੇ ਫਾਇਦੇ ਹੈਗੇ ਆ। ਔਰ ਉਹ ਜਿਹੜਾ ਗੁਲਹੜ ਦਾ ਫੁੱਲ ਹੈ ਜੀ, ਇਹ ਲੇਡੀਜ਼ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਠੀਕ ਕਰਦਾ। ਉਹਦੇ ਨਾਲ ਨਾਲ ਸਰ ਜਿਹੜਾ ਬਲੱਡ ਪ੍ਰੈਸ਼ਰ ਆ ਉਹਨੂੰ ਕੰਟਰੋਲ ਕਰਦਾ। ਬੀਪੀ ਦੀ ਜਿਹੜੀ ਗੋਲੀ ਹੈਗੀ ਆ ਉਹ ਅਲੱਗ ਤੋਂ ਨਹੀਂ ਖਾਣੀ ਪੈਂਦੀ ਹੈ। ਜਿਨ੍ਹਾਂ ਦੇ ਬੀਪੀ ਵੱਧਦੇ ਆ, ਇਹ ਸਰ ਚਾਹ ਪੀਣ ਦੇ ਨਾਲ ਹੀ ਜਿਹੜਾ ਬੀਪੀ ਆ ਉਹ ਵੀ ਸਾਡਾ ਕੰਟਰੋਲ ਹੋਏਗਾ। ਇਹਦੇ ਵਿੱਚ ਸੀ ਬਕਥੋਰਨ ਲੀਵਸ ਪਾਏ ਹੋਏ ਆ ਸਰ। ਸੀ ਬਕਥੋਰਨ ਤਿੱਬਤ ਦੇ ਵਿੱਚ ਜਿਹੜੇ ਬੌਧ ਭਿਕਸ਼ੂ ਹੈਗੇ ਆ, ਬੁੱਧਿਸਟ ਮੌਂਕ ਜਿਹੜੇ ਹੈਗੇ ਆ, ਉਹ ਜਦੋਂ ਵੀ ਮੈਡੀਟੇਸ਼ਨ ਦੇ ਲਈ ਬੈਠਦੇ ਆ ਸਰ, ਉਹ ਸੀ ਬਕਥੋਰਨ ਦਾ ਕਾੜਾ ਬਣਾ ਕੇ ਉਹ ਪੀਂਦੇ ਆ ਜੀ। ਪਹਿਲਾਂ ਇੱਕ ਤਾਂ ਜੋੜਾਂ ਨੂੰ ਲਚਕੀਲਾ ਕਰਦਾ ਹੈ ਜੀ ਇਹ ਸੀ ਬਕਥੋਰਨ ਜਿਹੜਾ ਹੈਗਾ, ਲਚਕੀਲਾਪਨ ਲਿਆਉਂਦਾ, ਜੋੜਾਂ ਦੇ ਦਰਦਾਂ ਦੇ ਵਿੱਚ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਸਹਾਈ ਹੈਗਾ। ਇਸ ਤੋਂ ਇਲਾਵਾ ਜਿਹੜਾ ਸੀ ਬਕਥੋਰਨ ਆ ਉਹ ਮਨ ਨੂੰ ਇਕਾਗਰ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦਾ ਧਿਆਨ ਕਰਨਾ ਹੁੰਦਾ, ਯੋਗ ਸਾਧਨਾ ਉਹਨਾਂ ਦੀ ਹੈ ਨਾ, ਜਿਹੜੇ ਬੁੱਧਿਸਟ ਮੌਂਕ ਹੈਗੇ ਆ, ਮਨ ਨੂੰ ਇਕਾਗਰ ਕਰਨ ਦੇ ਵਿੱਚ ਸਹਾਈ ਹੁੰਦਾ। ਉਹ ਜਿਹੜਾ ਤਣਾਅ ਹੈਗਾ, ਮਨ ਇੱਧਰ ਉੱਧਰ ਭਟਕ ਰਿਹਾ ਜਾਂ ਪ੍ਰੋਪਰ ਨੀਂਦ ਨਹੀਂ ਆ ਰਹੀ, ਉਹ ਉਸ ਚੀਜ਼ ਨੂੰ ਵੀ ਇਹ ਜਿਹੜਾ ਬੈਲੈਂਸ ਕਰੇਗਾ ਸਰ। ਇਸ ਤੋਂ ਇਲਾਵਾ ਇਹਦੇ ਵਿੱਚ ਕਲਪਾਸੀ ਹੈ। ਕਲਪਾਸੀ ਸਰ ਕਿਸੇ ਸਮੇਂ ਸਾਡੇ ਮਸਾਲੇ ਦਾ ਹਿੱਸਾ ਹੁੰਦੀ ਸੀ, ਇਸ ਵੇਲੇ ਪੰਜਾਬ 'ਚ ਨਹੀਂ ਮਿਲ ਰਹੀ, ਸਾਨੂੰ ਅਦਰ ਸਟੇਟ ਤੋਂ ਮੰਗਵਾਉਣੀ ਪੈਂਦੀ ਹੈ। ਕਲਪਾਸੀ ਜ਼ਖਮਾਂ ਨੂੰ ਜਲਦੀ ਭਰਨ ਦੇ ਵਿੱਚ ਸਹਾਇਤਾ ਕਰਦੀ ਹੈ, ਸਾਡੀ ਸਾਹ ਪ੍ਰਣਾਲੀ ਨੂੰ ਦਰੁਸਤ ਕਰਦੀ ਹੈ ਇਹ ਜਿਹੜੀ ਕਲਪਾਸੀ ਹੈਗੀ ਆ। ਇਸ ਤੋਂ ਇਲਾਵਾ ਇਹਦੇ ਵਿੱਚ ਸਰ ਅਸੀਂ ਮੁਲੱਠੀ ਪਾਈ ਹੋਈ ਆ। ਜਿਹੜੀ ਮੁਲੱਠੀ ਆ ਇਹਨੂੰ ਲੋਕ ਹੁਣ ਤੱਕ ਸਮਝਦੇ ਸੀਗੇ ਵੀ ਆਪਾਂ ਕੋਈ ਸਰਦੀ ਖਾਂਸੀ ਹੁੰਦੀ ਹੈਗੀ ਆ ਉਹਦੇ ਵਿੱਚ ਆਪਾਂ ਯੂਜ਼ ਕਰਦੇ ਰਹੇ ਹਾਂ ਮੁਲੱਠੀ, ਲੇਕਿਨ ਸਰ ਜਿਹੜੀ ਬਲੱਡ ਸ਼ੂਗਰ ਹੈਗੀ ਆ ਉਹਨੂੰ ਰਿਡਿਊਸ ਕਰਦੀ ਹੈਗੀ ਆ ਇਹ ਮੁਲੱਠੀ ਜਿਹੜੀ ਹੈਗੀ, ਉਹਨੂੰ ਬਲੱਡ ਸ਼ੂਗਰ ਨੂੰ ਖਤਮ ਕਰਦੀ ਆ। ਸੋ ਜਿੱਦਾਂ ਆਪਾਂ ਸ਼ੂਗਰ ਦੇ ਉੱਤੇ ਗੱਲ ਕੀਤੀ ਹੈਗੀ, ਇਹਦੀ ਮੁਲੱਠੀ ਨੇ ਆਪਣਾ ਇਹਦੇ ਵਿੱਚ ਕੰਮ ਕਰ ਦੇਣਾ ਸਰ। ਇਸ ਤੋਂ ਇਲਾਵਾ ਇਹਦੇ ਵਿੱਚ ਪਨੀਰ ਡੋਡੀ ਹੈਗੀ ਆ ਜੀ। ਜਿਹੜੇ ਵੀ ਲੋਕ ਸ਼ੂਗਰ ਤੋਂ ਪੀੜਤ ਹੈਗੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਪਨੀਰ ਡੋਡੀ ਆ ਉਹਦੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਮਹੱਤਤਾ ਹੈਗੀ ਆ। ਇਹ ਜਿਹੜੀ ਇਨਸੂਲਿਨ ਹੁੰਦੀ ਹੈ ਨਾ ਉਹਨੂੰ ਰੈਗੂਲੇਟ ਕਰਦੀ ਹੈ, ਮਤਲਬ ਇਨਸੂਲਿਨ ਇਸ ਹਿਸਾਬ ਦੇ ਨਾਲ ਸੈੱਟ ਕਰਨੀ ਆ ਵੀ ਜੇ ਸ਼ੂਗਰ ਵੱਧਦੀ ਆ ਤੇ ਘਟਾਉਣੀ ਆ, ਜੇ ਘਟਦੀ ਆ ਤੇ ਵਧਾਉਣੀ ਆ। ਇਹਨੇ ਇਨਸੂਲਿਨ ਨੂੰ ਹੀ ਰੈਗੂਲੇਟ ਕਰ ਦੇਣਾ ਹੈ ਸਰ, ਜਿਹੜੀ ਇਹ ਪਨੀਰ ਡੋਡੀ ਹੈਗੀ ਹੈ। ਇਸ ਤੋਂ ਇਲਾਵਾ ਜਾਮਣ ਦੇ ਬੀਜ ਹੈਗੇ, ਜਾਮਣ ਦੀਆਂ ਗਿਟਕਾਂ, ਉਹ ਬਲੱਡ ਸ਼ੂਗਰ ਨੂੰ ਰਿਡਿਊਸ ਕਰਦੇ ਹੈਗੇ, ਕਿਉਂਕਿ ਲੋਕ ਇੱਦਾਂ ਦੇ ਘੱਟ ਆ ਜਿਨ੍ਹਾਂ ਦੀ ਸ਼ੂਗਰ ਘਟਦੀ ਹੈ, ਵਧਣ ਵਾਲੇ ਜ਼ਿਆਦਾ ਮਰੀਜ਼ ਹੈਗੇ। ਸੋ ਇਹ ਬਲੱਡ ਸ਼ੂਗਰ ਨੂੰ ਰਿਡਿਊਸ ਕਰਦੀ ਹੈਗੀ ਆ ਸਰ। ਇਹਦੇ ਵਿੱਚ ਲੈਮਨ ਟੀ ਜਿਹੜੀ ਹੈਗੀ ਆ, ਇਹਦੇ ਵਿੱਚ ਪਾਇਆ ਹੋਇਆ ਤਾਂ ਇੱਕ ਕਿਸਮ ਦਾ ਇਹਦਾ ਜਿਹੜਾ ਫਲੇਵਰ ਹੈਗਾ ਉਹ ਵੀ ਲੈਮਨ ਵਾਲਾ ਹੀ ਆ। ਤੇ ਇਹ ਵਿਟਾਮਿਨ ਸੀ ਦਾ ਸਰੋਤ ਆ, ਮੋਟਾਪਾ ਘਟਾਉਣ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈਗੀ ਆ ਸਹਾਇਤਾ ਕਰੇਗੀ। ਔਰ ਨਾਲ ਦੀ ਨਾਲ ਇਹਦੇ ਵਿੱਚ ਗ੍ਰੀਨ ਟੀ ਪਾਈ ਹੋਈ ਹੈ ਸਰ, ਜਾਣੀ ਅਸੀਂ ਕਹਿ ਰਹੇ ਹਾਂ ਵੀ ਗ੍ਰੀਨ ਟੀ ਦਾ ਅਪਰ ਵਰਜ਼ਨ ਹੈਗਾ ਆ, ਕਿਉਂਕਿ ਗ੍ਰੀਨ ਟੀ ਇਹਦਾ ਇੱਕ ਹਿੱਸਾ ਆ। ਆਮ ਤੌਰ ਤੇ ਲੋਕ ਗ੍ਰੀਨ ਟੀ ਪੀਂਦੇ ਆ, ਲੇਕਿਨ ਇੰਨੀਆਂ ਜੜੀ ਬੂਟੀਆਂ ਦੇ ਵਿੱਚ ਗ੍ਰੀਨ ਟੀ ਇੱਕ ਹਿੱਸਾ ਆ। ਔਰ ਗ੍ਰੀਨ ਟੀ ਜਿਹੜੀ ਹੈਗੀ ਆ ਸਰ ਉਹ ਸਾਡੀ ਪਾਚਨ ਸ਼ਕਤੀ ਨੂੰ ਦਰੁਸਤ ਕਰਦੀ ਹੈਗੀ ਆ। ਪਾਚਨ ਸ਼ਕਤੀ ਦਰੁਸਤ ਹੋਏਗੀ ਸਰ, ਸਾਡਾ ਹਾਜ਼ਮਾ ਦਰੁਸਤ ਹੋਏਗਾ। ਤੁਸੀਂ ਕਹਿ ਰਹੇ ਹੋ ਕਿ ਚਾਹ ਪੀਣ ਤੋਂ ਬਾਅਦ ਮੈਨੂੰ ਭੁੱਖ ਮਹਿਸੂਸ ਹੋਣੀ ਸ਼ੁਰੂ ਹੋ ਗਈ, ਤੇ ਸਰ ਜਦੋਂ ਸਾਡੀ ਪਾਚਨ ਸ਼ਕਤੀ ਦਰੁਸਤ ਹੋਣੀ ਹੈਗੀ ਆ ਤੇ ਤੁਹਾਨੂੰ ਸਹੀ ਮਾਇਨੇ ਦੇ ਵਿੱਚ ਭੁੱਖ ਵੀ ਲਾਉਣੀ ਹੈਗੀ ਆ, ਔਰ ਤੁਹਾਡੀ ਜਿਹੜੀ ਐਕਸਟਰਾ ਫੈਟ ਹੈਗੀ ਆ ਉਹ ਵੀ ਇਸ ਚਾਹ ਨੇ ਘਟਾਉਣੀ ਹੈਗੀ ਆ। ਸੋ ਇਹ ਜੜੀ ਬੂਟੀਆਂ ਦਾ ਇੱਕ ਮਿਸ਼ਰਣ ਹੈ, ਸੁਮਿਸ਼ਰਣ ਕਹਿ ਸਕਦਾ, ਸੁਮੇਲ ਕਹਿ ਸਕਦਾ, ਕਿਉਂਕਿ ਇੱਕ ਰੇਸ਼ੋ ਹੈਗੀ ਇਹਨਾਂ ਦੀ ਵੀ ਕਿਹੜੀ ਚੀਜ਼ ਕਿੰਨੀ ਪੈਣੀ ਆ। ਫੰਡਾ ਰੇਸ਼ੋ ਦਾ ਹੁੰਦਾ, ਜੋ ਅਕਸਰ ਕਹਿੰਦਾ ਹੁੰਦਾ ਕਿ ਇਹ ਚੀਜ਼ਾਂ ਕੋਈ ਵੀ ਬੰਦਾ ਇਕੱਠੀਆਂ ਕਰ ਸਕਦਾ, ਲੇਕਿਨ ਕਿਹੜੀ ਚੀਜ਼ ਕਿੰਨੀ ਪੈਣੀ ਆ ਇਸ ਗੱਲ ਦੀ ਮਹੱਤਤਾ ਆ। ਔਰ ਉਸ ਤੋਂ ਬਾਅਦ ਹੀ ਜਿਹੜੀ ਫਾਰਮੂਲੇਸ਼ਨ ਸਾਡੀ ਪਾਸ ਹੁੰਦੀ ਆ, ਜਦੋਂ ਫਾਰਮੂਲੇਸ਼ਨ ਪਾਸ ਹੋ ਗਈ ਸਰ, ਰਜਿਸਟ੍ਰੇਸ਼ਨ ਹੋ ਗਈ, ਤਾਂ ਲੋਕਾਂ ਦੇ ਹੱਥਾਂ ਵਿੱਚ ਅਸੀਂ ਇਹ ਚੀਜ਼ ਦੇ ਦਿੰਦੇ ਆ। ਔਰ ਜਿਹੜੇ ਲੋਕ ਪੀ ਰਹੇ ਆ ਇਸ ਚੀਜ਼ ਨੂੰ, ਸਾਨੂੰ ਬਹੁਤ ਵਧੀਆ ਉਹਨਾਂ ਨੇ ਫੀਡਬੈਕ ਦਿੱਤੀ ਹੈਗੀ ਆ। ਔਰ ਅਸੀਂ ਚਾਹੁੰਦੇ ਆ ਵੀ ਲੋਕ ਜਿਹੜੇ ਉਹ ਧੜਾ ਧੜ ਚਾਹ ਪੀ ਰਹੇ ਆ, ਜਿਹੜੀ ਸਾਨੂੰ ਬਿਮਾਰ ਕਰ ਰਹੀ ਆ, ਉਹ ਜਿਹੜੀ ਸਾਨੂੰ ਸਸਤੀ ਲੱਗਦੀ ਚਾਹ ਆ, ਜਿਹੜੀ ਅਸਲ 'ਚ ਮਹਿੰਗੀ ਹੁੰਦੀ ਆ। ਕਈ ਵਾਰੀ ਸਸਤਾ ਲੱਗਣ ਵਾਲਾ ਰਾਸਤਾ ਜਿਹੜਾ ਹੈਗਾ ਨਾ ਉਹ ਮਹਿੰਗਾ ਲੱਗਣ ਲੱਗ ਪੈਂਦਾ। ਇੱਕ ਚਿੜੀ ਨੂੰ ਮਾਰਨ ਲੱਗਾ ਸ਼ਿਕਾਰੀ, ਤੇ ਉਹ ਚਿੜੀ ਨੇ ਸੌਦਾ ਕਰ ਲਿਆ ਉਹਦੇ ਨਾਲ, ਕਿਉਂਕਿ ਉਹਦੇ ਜਿਹੜੇ ਪਰ ਸੀਗੇ, ਫੰਗ ਸੀ, ਜਿਹੜੇ ਉਹਦੇ ਖੰਭ ਸੀਗੇ ਉਹ ਬੜੇ ਸੋਹਣੇ ਸੀਗੇ। ਉਹਨੇ ਸੌਦਾ ਕਰ ਲਿਆ ਸ਼ਿਕਾਰੀ ਦੇ ਨਾਲ ਵੀ ਤੂੰ ਮੈਨੂੰ ਮਾਰਨਾ, ਮੈਂ ਤੈਨੂੰ ਇੱਕ ਖੰਭ ਦੇ ਦਿਆ ਕਰਾਂਗੀ ਰੋਜ਼, ਤੂੰ ਮੈਨੂੰ ਚੋਗਾ ਪਾ ਦਿਆ ਕਰੀ। ਸ਼ਿਕਾਰੀ ਨੇ ਜਾਣਾ, ਉਹਨੇ ਆਪਣਾ ਖੰਭ ਤੋੜ ਕੇ ਦੇ ਦੇਣਾ, ਉਹਨੇ ਚੋਗਾ ਪਾ ਕੇ ਚੱਲ ਜਾਣਾ। ਰੋਜ਼ ਇੱਦਾਂ ਹੀ ਹੁੰਦੀ ਕਿ ਉਹਦੇ ਖੰਭ ਘਟਦੇ ਗਏ, ਚੋਗਾ ਪਾਉਂਦਾ ਰਿਹਾ ਸ਼ਿਕਾਰੀ। ਇੱਕ ਦਿਨ ਇੱਦਾਂ ਦਾ ਵੀ ਆਇਆ, ਉਹਦੇ ਖੰਭ ਸਾਰੇ ਮੁੱਕ ਗਏ। ਸ਼ਿਕਾਰੀ ਨੇ ਉਹਨੂੰ ਚੋਗਾ ਪਾਉਣਾ ਬੰਦ ਕਰਤਾ, ਕਿਉਂਕਿ ਉਹ ਤਾਂ ਖੰਭਾਂ ਦੇ ਲਾਲਚ ਨੂੰ ਪਾ ਰਿਹਾ ਸੀ। ਚਿੜੀ ਨੂੰ ਨਾ ਉਹਦੇ ਕੋਲ ਖੰਭ ਰਹੇ, ਨਾ ਚੋਗਾ ਮਿਲਿਆ, ਤੜਫ ਕੇ ਮਰ ਗਈ। ਕਈ ਵਾਰੀ ਸੌਖਾ ਲੱਗਣ ਵਾਲਾ ਰਾਸਤਾ ਬੜਾ ਮਹਿੰਗਾ ਪੈਂਦਾ ਹੈਗਾ। ਸੋ ਸਾਨੂੰ ਸਮਝਦਾਰੀ ਭਰੀ ਬੇਵਕੂਫੀ ਨਹੀਂ ਕਰਨੀ ਚਾਹੀਦੀ। ਤੇ
ਉਹ ਜਿਹੜੀ ਸਾਨੂੰ ਸਸਤੀ ਲੱਗਦੀ ਚਾਹ ਹੈਗੀ ਆ ਉਹ ਬਹੁਤ ਮਹਿੰਗੀ ਪੈਂਦੀ ਆ, ਕਿਉਂਕਿ ਸਾਨੂੰ ਸੈਂਕੜੇ ਕਿਸਮ ਦੀਆਂ ਬਿਮਾਰੀਆਂ ਦੇ ਕੇ ਜਾਂਦੀ ਆ। ਪਤਾ ਸਾਨੂੰ ਲੱਗਦਾ ਨਹੀਂ ਹੈ, ਲੇਕਿਨ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੀ ਆ। ਸੋ ਉਹਦਾ ਬਦਲ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਤ੍ਰਿਰਸ ਅੰਮ੍ਰਿਤ ਤੁਸੀਂ ਇਹ ਪੀਓਗੇ, ਤੁਹਾਨੂੰ ਸੈਂਕੜੇ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰੇ। ਹਰਦੀਪ ਜੀ ਨਾਲ ਗੱਲ ਕਰਦੇ ਹਾਂ। ਹਰਦੀਪ ਜੀ, ਮੈਨੂੰ ਲੱਗਦਾ ਕਿ ਜਿੰਨਾ ਕੁਝ ਸੰਜੀਵ ਜੀ ਹੋਰਾਂ ਨੇ ਗਿਣਾਤਾ ਕਿ ਜਿਹੜੇ ਲੋਕ ਆਪਣੇ ਸਰੀਰ ਦਾ ਚਾਹ ਪੀ ਪੀ ਕੇ ਕਬਾੜਖਾਨਾ ਬਣਾਈ ਫਿਰਦੇ ਨੇ ਆ ਕਬਾੜਖਾਨਾ ਬਣਾ ਰਹੇ ਨੇ, ਉਹ ਸਾਰਿਆਂ ਨੂੰ ਸੋਧਣ ਵਾਲਾ ਫਾਰਮੂਲਾ ਹੈ। ਭਾਜੀ ਜਦੋਂ ਸਾਨੂੰ ਵੀ ਨਹੀਂ ਸੀ ਪਤਾ, ਅਸੀਂ ਵੀ ਚਾਹ ਪੀਤੀ ਆ, ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਚਾਹ ਦੇ ਨੁਕਸਾਨ ਕੀ ਆ। ਸੋ ਮੈਂ ਲੋਕਾਂ ਨੂੰ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜਦੋਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਭਾਜੀ, ਤਾਂ ਨੈਚੁਰਲੀ ਅਸੀਂ ਕੀ ਕਹਾਂਗੇ। ਹੁਣ 버ਗਰ ਖਾ ਰਹੇ ਹਾਂ, ਕਿਸੇ ਨੂੰ ਨਹੀਂ ਪਤਾ ਕਿ 버ਗਰ ਦਾ ਨੁਕਸਾਨ ਕੀ ਆ। ਪੀਜ਼ਾ ਖਾ ਰਹੇ ਹਾਂ, ਪੀਜ਼ੇ ਦਾ ਕੀ ਨੁਕਸਾਨ ਹੈ। ਸੋ ਆਪਾਂ ਉਹਨਾਂ ਚਿਰ ਕੀ ਕਹਿ ਸਕਦੇ ਹਾਂ ਜਦ ਤੱਕ ਸਾਨੂੰ ਪਤਾ ਹੀ ਨਹੀਂ ਕੁਛ। ਪਰ ਜਦੋਂ ਸਾਨੂੰ ਪਤਾ ਲੱਗਾ, ਸਾਡੀ ਟੀਮ ਨੇ ਇਸ ਚੀਜ਼ 'ਤੇ, ਸਾਡੇ ਡਾਕਟਰਾਂ ਨੇ ਉਸ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕੀਤਾ ਵੀ ਚਾਹ ਦੇ ਤਾਂ ਨੁਕਸਾਨ ਹੀ ਇੰਨੇ ਆ। ਜਿੱਦਾਂ ਭਾਜੀ ਨੇ ਦੱਸਿਆ ਲੀਵਰ ਦੀ ਪ੍ਰੋਬਲਮ, ਪਹਿਲਾਂ ਕਦੇ ਲੋਕਾਂ ਨੂੰ ਲੀਵਰ ਦੀ ਪ੍ਰੋਬਲਮ ਨਹੀਂ ਸੀ ਆਉਂਦੀ, ਪਰ ਅੱਜ ਲੀਵਰ ਦੀ ਪ੍ਰੋਬਲਮ ਸਾਹਮਣੇ ਆ ਗਈ। ਕਿਉਂਕਿ ਕੋਈ ਵੀ ਪ੍ਰੋਡਕਟ ਜਿਹੜਾ ਅਸੀਂ ਲੈਂਦੇ ਹਾਂ, ਫੂਡ ਜਿਹੜਾ ਅਸੀਂ ਲੈਂਦੇ ਹਾਂ, ਉਹਦੇ 'ਚੋਂ ਸਾਨੂੰ ਰਸ ਮਿਲਦੇ ਆ, ਕੁਦਰਤੀ ਰੂਪ 'ਚ ਰਸ ਮਿਲਦੇ ਆ, ਜੋ ਸਾਡਾ ਲੀਵਰ ਸਾਡੀ ਬੋਡੀ ਤੱਕ ਲੈ ਕੇ ਜਾਂਦਾ, ਬਾਕੀ ਵੱਖ-ਵੱਖ ਔਰਗਨਸ ਤੱਕ ਲੈ ਕੇ ਜਾਂਦਾ। ਜੇ ਅਸੀਂ ਹੁਣ ਜ਼ਹਿਰ ਲੈ ਰਹੇ ਹਾਂ ਤਾਂ ਉਹਨੇ ਜ਼ਹਿਰ ਹੀ ਲੈ ਕੇ ਜਾਣਾ ਵੱਖ-ਵੱਖ ਔਰਗਨਸ ਤੱਕ। ਜਦੋਂ ਵੱਖ-ਵੱਖ ਔਰਗਨਸ ਤੱਕ ਜ਼ਹਿਰ ਜਾ ਰਿਹਾ, ਤਾਂ ਅੱਜ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ। ਵੱਖਰੀਆਂ ਵੱਖਰੀਆਂ ਬਿਮਾਰੀਆਂ, ਸ਼ੂਗਰ ਛੋਟੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ, ਹੈ ਨਾ। ਤਾਂ ਰਸੌਲੀਆਂ ਜਿਹੜੀਆਂ ਬੱਚੀਆਂ ਹਾਲੇ ਮੈਰਿਡ ਵੀ ਨਹੀਂ ਹੈਗੀਆਂ, ਉਹਨਾਂ ਨੂੰ ਦੇਖਣ ਨੂੰ ਮਿਲ ਰਹੀਆਂ। ਸੋ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਜੇਕਰ ਅਸੀਂ ਅੱਜ ਇਸ ਚੀਜ਼ ਦੀ ਗੌਰ ਨਾ ਕੀਤੀ। ਅੱਛਾ ਹਰਦੀਪ ਜੀ, ਦੱਸੋ ਵੀ ਇਹ ਜਿਹੜਾ ਡਿਪ ਵਾਲੀ ਕਿਉਂ ਬਣਾਈ ਹੈ, ਇਹਦਾ ਬਣਾਉਣ ਦਾ ਕੀ ਕਾਰਨ ਹੈ ਕਿ ਡਿਪ ਵਾਲੀ ਕਿਉਂ ਹੈ, ਔਰ ਦੂਸਰੀ ਗੱਲ ਇਹਨੂੰ ਯੂਜ਼ ਕਿਵੇਂ ਕਰਨਾ? ਬਿਲਕੁਲ, ਇਹ ਤੁਹਾਡਾ ਸਵਾਲ ਬਹੁਤ ਵਧੀਆ ਆ ਕਿ ਡਿਪ ਵਾਲੀ ਕਿਉਂ ਮੈਂ, ਕਿਉਂਕਿ ਲੋਕਾਂ ਨੂੰ ਕੁਆਂਟੀਟੀ ਦਾ ਨਹੀਂ ਪਤਾ। ਮੰਨ ਕੇ ਚਲੋ ਅਸੀਂ ਕਹੀਏ ਜੀ ਤੁਸੀਂ ਅੱਧਾ ਚਮਚ ਲੈ ਲਓ, ਹੁਣ ਸਾਡੀਆਂ ਬੀਬੀਆਂ ਆ ਉਹਨਾਂ ਨੇ ਤਾਂ 1 ਚਮਚ ਵੀ ਪਾ ਦੇਣਾ, ਠੀਕ ਹੈ ਨਾ। ਸੋ ਇਹ ਚੀਜ਼ ਇਸ ਕਰਕੇ ਦਿੱਤੀ ਕਿ ਇੱਕ ਪਰਸਨ ਲਈ ਡੇਲੀ ਦੀ ਇੱਕ ਚੀਜ਼, ਇੱਕ ਮਤਲਬ ਇਹ ਡਿਪ ਕੀਤੀ, ਇੱਕ ਦਿਨ ਦੀ ਇੱਕ ਨੀਡ ਹੈ ਬਸ। ਮਤਲਬ ਇੱਕ ਚਾਹ ਦਾ ਕੱਪ ਦਿਨ ਦਾ ਇੱਕ ਵਾ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹਨੇ ਆਪਣੇ ਸਰੀਰ ਦੇ ਵਿੱਚ ਜਾਦੂ ਹੁੰਦਾ ਦੇਖਣਾ ਹੋਵੇ ਤੇ ਪੁੜੀ ਪਾਣੀ 'ਚ ਡੁਬੋ ਲਓ। ਬਿਲਕੁਲ, ਜਾਦੂ ਤਾਂ ਨੈਚੁਰਲੀ ਆਪਾਂ ਕੀ ਕਹਿ ਸਕਦੇ ਹਾਂ, ਜਾਦੂ ਤੁਸੀਂ ਦੇਖ ਚੁੱਕੇ ਆ, ਤੁਸੀਂ ਆਪ ਪੀਤੀ ਹੈ ਤਾਂ ਜਾਦੂ ਤੁਹਾਡੇ ਕੋਲ ਆਇਆ। ਸੋ ਜਦੋਂ ਤੁਸੀਂ ਯੂਜ਼ ਕਰੋਗੇ ਤੁਹਾਨੂੰ ਆਪ ਪਤਾ ਲੱਗਣਾ ਇਸ ਚੀਜ਼ ਦਾ। ਸੋ ਇਸ ਚੀਜ਼ ਕਰਕੇ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਕਿ ਹਮੇਸ਼ਾ ਕੁਆਂਟੀਟੀ ਦੇ ਨਾਲ, ਜਿਹੜੀ ਕੁਆਂਟੀਟੀ ਦੇ ਰਹੇ ਆ ਉਹਦੇ ਨਾਲ ਉਹਦਾ ਇੱਕ ਮਿਆਰ ਨਾਲ ਸੰਬੰਧਿਤ ਕਰ ਦਿੱਤਾ ਜਾਵੇ, ਇੰਨੀ ਹੀ ਲੈਣੀ, ਇਹ ਤੋਂ ਵੱਧ ਨਹੀਂ ਲੈਣੀ ਜੀ। ਅੱਛਾ, ਫਿਰ ਇਹਨੂੰ ਯੂਜ਼ ਕਿਵੇਂ ਕਰਨਾ ਹੁਣ ਇਹ ਵੀ ਸਾਨੂੰ ਦੱਸ। ਬਿਲਕੁਲ ਜੀ, ਜਿਵੇਂ ਆਪਾਂ ਪਹਿਲਾਂ ਲਈ ਸੀ, 1 ਕੱਪ ਲੈ ਲਿਆ, ਪਾਣੀ ਨੂੰ ਬੋਇਲ ਕਰ ਲਿਆ, ਉਹਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਡਿਪ ਕਰ ਦੇਣਾ, 3 ਮਿੰਟ ਪਈ ਰਹਿਣ ਦੇਣਾ, ਪੂਰੇ 3 ਮਿੰਟ ਪਈ ਰਹਿਣ ਦੇਣਾ। 3 ਮਿੰਟਾਂ ਬਾਅਦ ਇਸ ਚੀਜ਼ ਨੂੰ ਸਾਈਡ ਤੇ ਕਰ ਸਕਦੇ ਹੋ ਔਰ ਵਿੱਚੇ ਰਹਿਣ ਦਿਓ, ਤੁਸੀਂ ਚਾਹ ਲੈ ਲਓ, ਬਸ ਇੰਨਾ ਕੀ ਕੰਮ ਹੈ। 3 ਮਿੰਟ ਹੀ ਕਿਉਂ, 5 ਮਿੰਟ ਕਿਉਂ ਨਹੀਂ? 3 ਮਿੰਟ ਤੋਂ 5 ਮਿੰਟ ਤੁਸੀਂ ਕਰ ਸਕਦੇ, 3 ਮਿੰਟ ਤੋਂ ਘੱਟ ਨਾ ਕਰਿਓ, ਕਿਉਂਕਿ ਜਿਹੜੀਆਂ ਜੜੀ ਬੂਟੀਆਂ ਦਾ ਅਰਕ ਆ ਉਹ ਉਹਨਾਂ ਦੇ ਵਿੱਚ ਪਾਣੀ 'ਚ ਉੱਚ ਜਾਣਾ ਚਾਹੀਦਾ। ਜਦੋਂ ਉੱਚ ਜਾਊਗਾ ਤੁਹਾਡੀ ਬੋਡੀ ਤੱਕ ਪਹੁੰਚੇਗਾ, ਅਸਰ ਹੋਣਾ ਸ਼ੁਰੂ ਹੋ ਜਾਏਗਾ ਜੀ। ਜੀ ਭਾਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਜੀ ਜੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਦਰਸ਼ਕ ਆ ਜਦੋਂ ਵੀਡੀਓ ਦੇਖਦੇ ਨਾ, ਉਹ ਥੱਲੇ ਕਈ ਆ ਨੇ ਪੇਜ ਬਣਾਏ ਹੋਏ ਆ ਨੇਬਲ ਅੰਮ੍ਰਿਤ ਦੇ ਨਾਮ ਦੇ। ਸਾਡਾ ਆਪਣਾ ਕੋਈ ਪੇਜ ਨਹੀਂ ਹੈਗਾ ਨੇਬਲ ਅੰਮ੍ਰਿਤ ਦੇ ਨਾਮ ਦਾ, ਠੀਕ ਹੈ ਨਾ। ਬਹੁਤ ਸਾਰੇ ਦੋਸਤ ਆ ਜਿਹੜੇ ਥੱਲੇ ਕਮੈਂਟ ਪਾਉਂਦੇ ਆ ਕਿ ਸਾਡੇ ਕੋਲ ਜੀ ਆਹ ਚੀਜ਼ ਅਵੇਲੇਬਲ ਹੈਗੀ ਆ ਨੇਬਲ ਅੰਮ੍ਰਿਤ, ਹੈ ਨਾ। ਉਹ ਪੂਰੇ ਆਲ ਇੰਡੀਆ ਦੇ ਵਿੱਚ ਹੀ ਗਏ ਜਾਂਦੇ, ਅਸੀਂ ਦੇਈ ਜਾਂਦੇ ਹਾਂ, ਸਾਨੂੰ ਤਾਂ ਆਪ ਨਹੀਂ ਪਤਾ ਵੀ ਅਸੀਂ ਵੀ ਆਲ ਇੰਡੀਆ 'ਚ ਦਿੰਦੇ ਹਾਂ। ਸੋ ਇਸ ਚੀਜ਼ ਉਹਨਾਂ ਲੋਕਾਂ 'ਤੇ ਇਤਬਾਰ ਨਾ ਕਰੋ, ਕਿਉਂਕਿ ਉਹ ਲੋਕ ਤੁਹਾਡੇ ਨਾਲ ਗਲਤ ਕਰ ਰਹੇ ਆ। ਉਹ ਲੋਕ ਇਸ ਨੇਬਲ ਅੰਮ੍ਰਿਤ ਦਾ ਜਾਂ ਸਾਡੀ ਚਾਹ ਦਾ ਹੋ ਸਕਦਾ ਇਹਦਾ ਵੀ ਅਲਟਰਨੇਟ ਕੋਈ ਕੱਢ ਕੇ ਤੁਹਾਨੂੰ ਦੇਣ, ਤਾਂ ਉਹਨਾਂ ਤੋਂ ਬਚੋ, ਹੋ ਸਕਦਾ ਤੁਹਾਨੂੰ ਫਾਇਦੇ ਦੀ ਜਗ੍ਹਾ 'ਤੇ ਨੁਕਸਾਨ ਹੋ ਜਾਏ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਅੱਛਾ ਸੰਜੀਵ ਜੀ, ਜਾਂਦੇ ਜਾਂਦੇ ਫਿਰ ਸਾਨੂੰ ਇਹ ਵੀ ਦੱਸੋ ਕਿ ਜਿਹੜੀ ਅਸੀਂ ਇਸ ਵੇਲੇ ਚਾਹ ਪੀ ਰਹੇ ਹਾਂ ਔਰ ਜਿਹੜੀ ਇਸ ਵੇਲੇ ਤੁਸੀਂ ਚਾਹ ਪਿਲਾ ਰਹੇ ਹੋ, ਕਿਹੋ ਜਿਹੇ ਰਿਜ਼ਲਟ ਨੇ ਲੋਕ ਤੁਹਾਨੂੰ ਆ ਕੇ ਦਿੰਦੇ ਨੇ? ਕਿਉਂਕਿ ਤੁਸੀਂ ਦੱਸ ਰਹੇ ਸੀ ਕਿ ਇਹਨੂੰ ਪਹਿਲਾਂ ਬਹੁਤ ਵੱਡੇ ਪੱਧਰ 'ਤੇ ਇਹਨੂੰ ਲੋਕਾਂ ਨੂੰ ਡੈਮੋ ਕੀਤਾ ਗਿਆ। ਸਰ ਦੇਖੋ, ਇਹ ਡੈਮੋ ਬਿਲਕੁਲ ਉਸੇ ਤਰ੍ਹਾਂ ਦਾ ਹੀ ਨਹੀਂ, ਆਪਾਂ ਉਸੇ ਤਰ੍ਹਾਂ ਦਾ ਕਹਿ ਸਕਦੇ ਹਾਂ ਜਿੱਦਾਂ ਅੰਗਰੇਜ਼ਾਂ ਨੇ ਡੈਮੋ ਕੀਤਾ ਸੀਗਾ, ਪਰ ਉਹ ਬਿਮਾਰੀਆਂ ਲਾਉਣ ਵਾਲਾ ਡੈਮੋ ਸੀ, ਅਤੇ ਅਸੀਂ ਜਿਹੜਾ ਡੈਮੋ ਕਰ ਰਹੇ ਹਾਂ ਬਿਮਾਰੀਆਂ ਤੋਂ ਬਚਾਉਣ ਵਾਲਾ ਡੈਮੋ ਹੈਗਾ। ਰਿਜ਼ਲਟ ਜਿਹੜਾ ਹੈਗਾ ਜੀ ਇਹਦਾ ਬਹੁਤ ਅੱਛਾ ਮਿਲ ਰਿਹਾ। ਲੋਕ
ਜਿਨ੍ਹਾਂ ਦੀ ਸ਼ੂਗਰ ਦੀ ਗੱਲ ਆਪਾਂ ਕਰਦੇ ਸੀਗੇ, ਸ਼ੂਗਰ ਬੈਲੈਂਸ ਹੋਣੀ ਸ਼ੁਰੂ ਹੋ ਗਈ। ਜਿਨ੍ਹਾਂ ਦੀ ਸ਼ੂਗਰ ਵੱਧਦੀ ਸੀਗੀ ਉਹਨਾਂ ਦੀ ਸ਼ੂਗਰ ਬੈਲੈਂਸ ਹੋ ਰਹੀ ਆ। ਕੋਲੈਸਟਰੋਲ ਲੈਵਲ ਘਟ ਰਿਹਾ ਸਰ। ਪਾਚਨ ਸ਼ਕਤੀ ਜਿਹੜੀ ਹੈਗੀ ਉਹਨਾਂ ਦੀ ਮਜ਼ਬੂਤ ਹੋ ਰਹੀ ਆ। ਜਿਹੜੀ ਜਲਣ ਲੱਗਦੀ ਆ, ਤੇਜ਼ਾਬ ਬਣਦਾ ਹੈਗਾ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਪੇਟ ਦੇ ਵਿੱਚੋਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਔਰ ਨਾਲ ਦੀ ਨਾਲ ਜਿਹੜਾ ਹੈਗਾ ਜੀ ਐਸਿਡਿਟੀ ਸੀਗੀ, ਜਾਂ ਜਿਨ੍ਹਾਂ ਨੂੰ ਵਾਰ-ਵਾਰ ਇਹ ਚੀਜ਼ ਹੈਗੀ ਆ ਵੀ ਜਦੋਂ ਵੀ ਚਾਹ ਦਾ ਕੱਪ ਪੀ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਰੈਸ਼ ਹੋਣ ਜਾਣਾ ਪੈਂਦਾ ਸੀ, ਵਾਸ਼ਰੂਮ ਜਾਣਾ ਪੈਂਦਾ ਸੀ, ਉਹ ਚੀਜ਼ਾਂ ਦਾ ਖਾਤਮਾ ਹੋ ਰਿਹਾ। ਜਾਂ ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈਗੀ ਉਹਨਾਂ ਦਾ ਪੇਟ ਸਾਫ਼ ਹੋਣਾ ਸ਼ੁਰੂ ਹੋ ਗਿਆ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਜਿਹੜੀਆਂ ਇਸ ਤ੍ਰਿਰਸ ਅੰਮ੍ਰਿਤ ਨੇ ਖਤਮ ਕੀਤੀਆਂ ਹੈਗੀਆਂ। ਸੋ ਚਾਹ ਦਾ ਅਲਟਰਨੇਟਿਵ ਆ ਸਰ। ਸਾਨੂੰ ਉਸ ਬਿਮਾਰੀਆਂ ਲਾਉਣ ਵਾਲੀ ਚਾਹ ਦੀ ਬਜਾਏ ਸਾਨੂੰ ਇਹ ਪੰਜਾਬ ਦੀ ਖਾਸ ਚਾਹ ਪੀਣੀ ਚਾਹੀਦੀ ਹੈ, ਉਮਰ ਵਧਾਉਣ ਵਾਲੀ ਚਾਹ ਪੀਣੀ ਚਾਹੀਦੀ ਆ। ਔਰ ਇਹ ਕਿਉਂਕਿ ਪੰਜਾਬ ਦੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਹੋਈਆਂ, ਜੜੀ ਬੂਟੀਆਂ ਪਾਈਆਂ ਹੋਈਆਂ। ਸਭ ਤੋਂ ਵੱਡੀ ਗੱਲ ਹੈ ਸਰ, ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈ, ਤੁਹਾਨੂੰ ਬਿਮਾਰ ਕਰਨ ਵਾਲੀ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ। ਸੋ ਇਹਦਾ ਜਿਹੜਾ ਮਿਸ਼ਰਣ ਵੀ ਹੈਗਾ ਕੁਦਰਤੀ ਰੂਪ ਦੇ ਵਿੱਚ ਜਿਹੜਾ ਅਸੀਂ ਤਿਆਰ ਕੀਤਾ ਹੈਗਾ। ਔਰ ਜਿੱਦਾਂ ਤੁਹਾਡਾ ਪਹਿਲਾ ਵੀ ਸਵਾਲ ਸੀ ਵੀ ਇੱਕ ਡਿਪ ਵਾਲੀ ਹੀ ਕਿਉਂ ਬਣਾਈ ਆ, ਕਿਉਂਕਿ ਕੀਟਨਾਸ਼ਕ ਦਵਾਈਆਂ ਜਿਹੜੀਆਂ ਵਿਕਦੀਆਂ ਨਾ ਮਾਰਕੀਟ ਦੇ ਵਿੱਚ, ਉੱਤੇ ਜੇ ਡੱਬੇ ਤੇ ਲਿਖਿਆ ਹੈ ਵੀ 5 ਲੀਟਰ ਦੇ ਵਿੱਚ 2 ਢੱਕਣ ਪਾਉਣੇ ਆ, ਤਾਂ ਦੁਕਾਨ ਵਾਲਾ ਵੇਚਣ ਲੱਗਾ ਕਹਿੰਦਾ ਜੀ 4 ਢੱਕਣ ਪਾਉਣੇ ਆ। ਜਿਹੜਾ ਖਰੀਦਣ ਗਿਆ ਉਹਨੂੰ ਉਹ ਲੱਗਦਾ ਵੀ 5 ਲੀਟਰ ਦੇ ਵਿੱਚ 4 ਢੱਕਣ ਥੋੜ੍ਹੇ ਆ। ਉਹ ਜਿਹਨੇ ਪਾਉਣੀ ਹੁੰਦੀ ਉਹਨੂੰ ਆ ਕੇ ਕਹਿੰਦਾ ਵੀ ਤੈਂ 5 ਢੱਕਣ ਪਾਉਣੇ ਆ। ਉਹ ਜਿਹੜਾ ਪਾਉਣ ਲੱਗਦਾ ਉਹ ਕਹਿੰਦਾ ਲੀਟਰ 'ਚ 5 ਢੱਕਣ ਤਾਂ ਉੱਦੇ ਥੋੜ੍ਹੇ ਲੱਗਦੇ, ਉਹ ਪਾਉਣ ਲੱਗਾ 10 ਢੱਕਣ ਬਣਾ ਦਿੰਦਾ ਹੈਗਾ। ਸੋ ਜਿਹੜੇ 2 ਢੱਕਣ ਪੈਣੇ ਸੀ ਉਹਦੇ ਖੇਤ ਤੱਕ ਪਹੁੰਚਦੇ 10 ਢੱਕਣ ਜਿਹੜੇ ਹੈਗੇ ਆ ਉਹ ਬਣ ਜਾਂਦੇ ਆ। ਸੋ ਇਸੇ ਤਰੀਕੇ ਦੇ ਨਾਲ ਬੀਬੀਆਂ ਨੇ ਤਾਂ ਰੰਗ ਭਾਲਣਾ, ਉਹ ਨਹੀਂ ਜਿੱਥੇ ਮੰਨ ਲਓ ਅਸੀਂ ਕਿਹਾ ਵੀ ਤੁਸੀਂ ਅੱਧਾ ਚਮਚਾ ਪਾਉਣਾ ਤਾਂ 1 ਚਮਚਾ ਹੀ ਪਾਉਣਗੀਆਂ। ਸੋ ਇਹਦੀ ਮਿਕਦਾਰ ਵਧੇਗੀ ਤੇ ਮਿਕਦਾਰ ਜਿਹੜੀ ਹੈਗੀ ਆ ਅਸੀਂ ਵਧਾਉਣਾ ਨਹੀਂ ਚਾਹੁੰਦੇ, ਕਿਉਂਕਿ ਸਾਨੂੰ ਪਤਾ ਹੈ ਕਿ ਤੁਹਾਡੀ ਚੀਜ਼ ਨੂੰ ਕਿੰਨੀ ਜ਼ਰੂਰਤ ਹੈ ਕਿਸੇ ਚੀਜ਼ ਦੀ, ਹੈ ਨਾ, ਤੇ ਆਪਾਂ ਉਹਦੀ ਜਿਹੜੀ ਮਿਕਦਾਰ ਹੈਗੀ ਉਨੀ ਹੀ ਰੱਖਣੀ ਹੈ। ਸੋ ਜਦੋਂ ਆਪਾਂ ਉਸ ਖਾਸ ਮਿਕਦਾਰ ਦੇ ਵਿੱਚ ਕੋਈ ਚੀਜ਼ ਲੈਂਦੇ ਆ ਤੇ ਸਾਨੂੰ ਜਿਹੜੀ ਹੈਗੀ ਆ ਉਹ ਚੀਜ਼ ਫਾਇਦਾ ਕਰਦੀ ਹੈ। ਜਿੱਦਾਂ ਆਪਾਂ ਜੇ ਦਾਲਚੀਨੀ ਦੀ ਗੱਲ ਕਰ ਲਈਏ ਨਾ, 1 ਗ੍ਰਾਮ ਤੱਕ ਦਾਲਚੀਨੀ ਆਪਾਂ ਰੋਜ਼ਾਨਾ ਖਾਂਦੇ ਹੈਗੇ ਆ ਗਰਮ ਪਾਣੀ ਦੇ ਨਾਲ, ਤੇ ਤੁਹਾਨੂੰ ਉਹ ਦਿਲ ਦਾ ਦੌਰਾ ਪੈਣ ਤੋਂ ਔਰ ਪੈਰਾਲਾਈਜ਼ ਦਾ ਅਟੈਕ ਹੋਣ ਤੋਂ ਬਚਾ ਸਕਦੀ ਹੈ। ਲੇਕਿਨ ਜੇ ਜ਼ਿਆਦਾ ਪੀਵਾਂਗੇ ਤਾਂ ਉਹਨੇ ਨੁਕਸਾਨ ਕਰਨਾ ਹੈਗਾ, ਹੈ ਨਾ, ਕਿਉਂਕਿ ਗਰਮੀ ਵਧੇਗੀ ਤੁਹਾਡੇ ਸਰੀਰ ਦੀ। ਸੋ ਇਹ ਚੀਜ਼ ਹੈਗੀ ਆ ਵੀ ਇਹ ਤ੍ਰਿਰਸ ਅੰਮ੍ਰਿਤ ਜਿਹੜਾ ਹੈਗਾ ਆ ਵਾਕਈ ਸਾਡੇ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰਨ ਵਾਲਾ ਆ, ਔਰ ਸਾਡੀ ਸ਼ੂਗਰ ਨੂੰ ਬੈਲੈਂਸ ਕਰਨ ਵਾਲਾ ਆ, ਸਾਡਾ ਜਿਹੜਾ ਕੋਲੈਸਟਰੋਲ ਆ ਉਹਨੂੰ ਲੋ ਕਰਨ ਵਾਲਾ ਆ, ਔਰ ਸਟ੍ਰੈਸ ਤੁਹਾਡੀ ਘਟਾਉਣ ਵਾਲੀ ਇਹ ਚੀਜ਼ ਹੈਗੀ ਆ, ਔਰ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਵਾਲਾ ਆ। ਤੇ ਜਿਹੜੀ ਚੀਜ਼ ਇੰਨੀਆਂ ਬਿਮਾਰੀਆਂ ਲਾਉਂਦੀ ਆ ਉਹਨੂੰ ਛੱਡਣ 'ਚ ਭਲਾਈ ਹੈਗੀ ਆ, ਤੇ ਜਿਹੜੀ ਚੀਜ਼ ਤੁਹਾਨੂੰ ਇੰਨੀਆਂ ਬਿਮਾਰੀਆਂ ਤੋਂ ਬਚਾਉਂਦੀ ਆ ਇਹਨੂੰ ਅਪਣਾਉਣ ਦੇ ਵਿੱਚ ਹੀ ਸਾਡੀ ਭਲਾਈ। ਕਿੰਨੀ ਵਾਰ ਪੀਤੀ ਜਾ ਸਕਦੀ ਦਿਨ 'ਚ? ਸਰ ਵੈਸੇ ਤਾਂ ਅਸੀਂ ਸੁਜੈਸਟ ਕਰਦੇ ਹਾਂ ਵੀ ਤੁਸੀਂ ਦਿਨ ਦੇ ਵਿੱਚ ਇੱਕੋ ਵਾਰ ਪੀਓ, ਕਿਉਂਕਿ ਜਿਹੜਾ ਸਾਡਾ ਲੈਵਲ ਮੇਨਟੇਨ ਕਰਨਾ ਹਰ ਚੀਜ਼ ਦਾ ਤਾਂ 1 ਵਾਰ ਦੇ ਵਿੱਚ ਹੋ ਜਾਣਾ। ਕਿਸੇ ਟਾਈਮ ਵੀ ਵੈਸੇ ਅਸੀਂ ਸਵੇਰ ਦੇ ਟਾਈਮ ਸੁਜੈਸਟ ਕਰਦੇ ਹੈਗੇ ਆ ਵੀ ਖਾਣਾ ਖਾਣ ਤੋਂ ਬਾਅਦ ਇਹਦਾ 1 ਕੱਪ ਲਿਆ ਜਾ ਸਕਦਾ। ਲੇਕਿਨ ਜੇ ਤੁਸੀਂ 1 ਕੱਪ ਤੋਂ ਜ਼ਿਆਦਾ ਵੀ ਪੀ ਲੈਂਦੇ ਹੋ ਫਿਰ ਵੀ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਲੱਗਾ, ਕਿਉਂਕਿ ਚੀਜ਼ਾਂ ਇਹਦੇ ਵਿੱਚ ਜਿੰਨੀਆਂ ਪਾਈਆਂ ਹੋਈਆਂ ਉਹ ਆਯੁਰਵੈਦਿਕ ਚੀਜ਼ਾਂ ਹੈਗੀਆਂ। ਸੋ ਅਗਰ ਇਹ ਤਾਂ ਫਿਰ ਭੁੱਖ ਲਾ ਦੂਗਾ ਜੀ, ਮੈਨੂੰ ਤਾਂ ਭੁੱਖ ਲਾਈ ਪਈ ਹੈ, ਮੇਰਾ ਦਿਲ ਕਰਦਾ ਕਿ ਗੱਲਬਾਤ ਬੰਦ ਕਰਕੇ ਕੁਝ ਮੰਗਾਇਆ ਜਾਵੇ ਖਾਣ ਨੂੰ। ਸਰ ਪਾਚਨ ਪ੍ਰਣਾਲੀ ਜਦੋਂ ਦਰੁਸਤ ਹੋ ਗਈ ਨਾ, ਤਾਂ ਫਿਰ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਭੁੱਖ ਨਹੀਂ ਲੱਗਦੀ, ਅਸੀਂ ਕੁਝ ਵੀ ਖਾਂਦੇ ਆ, ਬਦਹਜ਼ਮੀ ਹੋ ਜਾਂਦੀ ਆ, ਪੇਟ 'ਚ ਭਾਰੀਪਨ ਰਹਿੰਦਾ, ਅਫਾਰਾ ਟਾਈਪ ਹੈਗਾ, ਖਾਂਦੇ ਨੇ ਜੀ ਮਿੱਠੀਆਂ ਗੁਲਾਬ ਜਾਮਣਾ ਤੇ ਡਕਾਰ ਖੱਟੇ ਆਈ ਜਾਂਦੇ ਆ, ਖੱਟੇ ਆਈ ਜਾਂਦੇ ਨੇ, ਹੈ ਨਾ, ਉਹ ਚੀਜ਼ਾਂ ਸਾਰੀਆਂ ਇਹਨੇ ਦਰੁਸਤ ਕਰ ਦੇਣੀਆਂ ਹੈਗੀਆਂ। ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦੀ ਇਹ ਪਾਚਨ ਸ਼ਕਤੀ ਦਰੁਸਤ ਹੋਵੇ, ਉਹਨਾਂ ਨੂੰ ਭੁੱਖ ਲੱਗੇ, ਤੇ ਭੁੱਖ ਲੱਗਣ ਤੋਂ ਬਾਅਦ ਦੇ ਵਿੱਚ ਉਹ ਪਹਿਲਾਂ ਵਾਂਗ ਰਿਸ਼ਟ ਪੁਸ਼ਟ ਹੋਣ। ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਸਰੀਰ 6-6 ਫੁੱਟ ਦੇ ਹੋਣੇ ਚਾਹੀਦੇ ਆ, ਇਹ ਜ਼ਰੂਰੀ ਨਹੀਂ ਹੈ ਕਿ ਉਹ ਜਿਹੜੇ ਹੈਗੇ ਆ ਬਹੁਤ ਮੋਟੇ ਡਾਢੇ ਹੋਣੇ ਚਾਹੀਦੇ ਆ, ਹੋਣ ਭਾਵੇਂ ਉਹ ਦੁਬਲੇ ਪਤਲੇ ਸਰੀਰ ਦੇ, ਲੇਕਿਨ ਮਜ਼ਬੂਤ ਹੋਣੇ ਚਾਹੀਦੇ ਆ। ਇਹ ਨਹੀਂ ਹੈ ਵੀ ਉਹ 4 ਕਦਮ ਤੁਰਨ ਤਾਂ ਉਹਨੂੰ ਸਾਹ ਚੜ੍ਹ ਜਾਏ, ਇੱਦਾਂ ਦੇ ਨਹੀਂ ਹੋਣੇ ਚਾਹੀਦੇ। ਅੰਦਰੂਨੀ ਤੌਰ ਤੇ ਜਿਹੜੀ ਉਹਨਾਂ ਦੀ ਪਾਚਨ ਸ਼ਕਤੀ ਮਜ਼ਬੂਤ ਹੈ, ਉਹਨਾਂ ਦੇ 'ਚ ਜਿਹੜੇ ਪੌਸ਼ਟਿਕ ਤੱਤ ਹੈਗੇ ਆ ਉਹਨਾਂ ਦੇ ਅੰਦਰ ਉਹ ਪੂਰੇ ਹੋਣੇ ਚਾਹੀਦੇ ਆ। ਜੇ ਉਹ ਕੱਲ੍ਹ ਨੂੰ ਜਾ ਕੇ ਆਪਣੇ ਬਲੱਡ ਦਾ ਟੈਸਟ ਕਰਾਉਣ ਤਾਂ ਯੂਰਿਕ ਐਸਿਡ ਨਹੀਂ ਨਿਕਲਣਾ ਚਾਹੀਦਾ। ਜੇ ਉਹ ਟੈਸਟ ਕਰਾਉਣ ਤਾਂ ਉਹਦੇ ਵਿੱਚੋਂ ਥਾਇਰਡ ਜਾਂ ਯੂਰੀਆ ਜਾਂ ਕੋਈ ਇੱਦਾਂ ਦੇ ਕਿਸੇ ਦੇ ਪਲੇਟਲੈਟ ਘਟੇ ਹੋਆ ਤਾਂ ਕਿਸੇ ਦੇ RBC ਵਧੇ ਹੋਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਬਲੱਡ ਟੈਸਟ ਕਰਾਉਣ ਤਾਂ ਉਹਦੇ ਵਿੱਚੋਂ ਪੌਸ਼ਟਿਕਤਾ ਨਜ਼ਰ ਆਉਣੀ ਚਾਹੀਦੀ ਆ। ਸੋ ਪੌਸ਼ਟਿਕਤਾ ਲਿਆਉਣ ਦੇ ਲਈ ਤ੍ਰਿਰਸ ਅੰਮ੍ਰਿਤ ਜਿਹੜਾ ਹੈਗਾ ਆ ਤੁਹਾਡੀ ਸਹਾਇਤਾ ਕਰ ਸਕਦਾ। ਸੋ ਇਹ ਸਨ ਵੈਦ ਸੰਜੀਵ ਕੁਮਾਰ ਤੇ
ਨੇਵਲ ਅੰਮ੍ਰਿਤ ਦੇ MD ਹਰਦੀਪ ਜੀ, ਜਿਨ੍ਹਾਂ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਸੀਂ ਅਜੇ ਵੀ ਉਸ ਚਾਹ ਦੇ ਉੱਤੇ ਲੱਗੇ ਰਹੇ ਜਿਸ ਚਾਹ ਦਾ ਪ੍ਰਚਾਰ ਪ੍ਰਸਾਰ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕਮਜ਼ੋਰ ਕਰਨ ਵਾਸਤੇ ਸਰੀਰਕ ਤੌਰ ਤੇ ਸ਼ੁਰੂ ਕੀਤਾ ਸੀ, ਤਾਂ ਇਸ ਤੋਂ ਵੱਡੀ ਤਰਾਸਦੀ ਸਾਡੇ ਨਾਲ ਕੋਈ ਹੋਰ ਹੋ ਨਹੀਂ ਸਕਦੀ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਚਾਹ ਆਯੁਰਵੈਦਿਕ ਚਾਹ ਉਹਨਾਂ ਨੇ ਪੇਸ਼ ਕੀਤੀ ਹੈ ਔਰ ਜਿਹੜਾ ਉਹ ਦਾਅਵਾ ਕਰਦੇ ਨੇ, ਮੈਂ ਵੀ ਇਹ ਗੱਲ ਮਹਿਸੂਸ ਕਰ ਰਿਹਾ ਕਿ ਉਸ ਚਾਹ ਪੀਣ ਤੋਂ ਬਾਅਦ ਮੈਂ ਲੰਚ ਠੀਕ ਠਾਕ ਕਰਕੇ ਆਇਆ ਸੀ, ਪਰ ਮੈਨੂੰ ਬਹੁਤ ਜ਼ਿਆਦਾ ਭੁੱਖ ਇਸ ਵੇਲੇ ਲੱਗੀ ਹੈ। ਤੇ ਮੈਨੂੰ ਲੱਗਦਾ ਕਿ ਕਾਫੀ ਅੱਛਾ ਹੈ, ਜਿਹੜਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਐਟਲੀਸਟ ਉਹਨਾਂ ਨੂੰ ਤਾਂ ਮੈਂ ਕਹਿ ਸਕਦਾ ਕਿ ਭੁੱਖ ਤੁਹਾਨੂੰ ਜ਼ਰੂਰ ਇਹ ਫੀਲ ਕਰਾਏਗੀ। ਫਿਰ ਵੀ ਤੁਹਾਡੇ ਮਨ ਦੇ ਵਿੱਚ ਇਸ ਚਾਹ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਵਾਬ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮਿਲਣਾ ਚਾਹੀਦਾ ਹੈ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਤਾਂ ਨੀਚੇ ਨੰਬਰ ਹੈ ਜਿਹੜਾ ਨੇਵਲ ਅੰਮ੍ਰਿਤ ਦਾ ਚੱਲ ਰਿਹਾ, ਤੁਸੀਂ ਵੈਦ ਜੀ ਉਹਨਾਂ ਨਾਲ ਸਿੱਧੀ ਗੱਲਬਾਤ ਵੀ ਉਸ ਨੰਬਰ ਦੇ ਜ਼ਰੀਏ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।